ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾਰ। ਕੂੜ ਕੂੜੈ ਨਿਹੁ ਲੱਗਾ ਵਿਸਰਿਆ ਕਰਤਾਰ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਨ ਹਾਰ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ। ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ। ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਏ, ਇਹ 10ਵੀਂ ਪੌੜੀ ਦੇ ਨਾਲ ਦਰਜ ਕੀਤਾ ਹੋਇਆ ਸ਼ਲੋਕ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ, ਉਸ ਦਾ ਮੂਲ ਪਾਠ ਹੈ। ਇਸ 10ਵੀਂ ਪੌੜੀ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਪ੍ਰਭੂ, ਜੇ ਕਿਤੇ ਮਨੁੱਖ ਅੰਦਰ ਦੇ ਲਾਲਚ ਨੂੰ ਛੱਡ ਕੇ ਇੱਕ ਪਰਮਾਤਮਾ ਨੂੰ ਧਿਆਉਣ ਦਾ ਯਤਨ ਕਰੇ ਤੇ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਸ਼ਾਇਦ ਅਭੇਦ ਹੋ ਜਾਵੇ। ਪਰ ਮਨੁੱਖ ਦਾ ਇੱਕ ਸੁਭਾਅ ਹੈ, ਉਹ ਪਰਮਾਤਮਾ ਤੱਕ ਤਾਂ ਪਹੁੰਚੇਗਾ ਜੇ ਉਹ ਸੰਸਾਰ ਦੇ ਨਾਲੋਂ ਮੋਹ ਨੂੰ ਤੋੜ ਦਿੰਦਾ ਹੈ। ਦੋ ਸ਼ਬਦ ਨੇ ਸਾਡੇ ਕੋਲ, ਇੱਕ ਸੰਸਾਰ ਹੈ, ਇੱਕ ਨਿਰੰਕਾਰ ਹੈ। ਜਿੰਨਾ ਚਿਰ ਤੇਰੀ ਸੁਰਤ ਸੰਸਾਰ ਦੇ ਵਿੱਚ ਖੱਚਤ ਹੈ, ਓਨਾ ਚਿਰ ਤੂੰ ਨਿਰੰਕਾਰ ਤੱਕ ਨਹੀਂ ਪਹੁੰਚ ਸਕਦਾ। ਜਿੰਨਾ ਚਿਰ ਤੂੰ ਮਾਇਆ ਦੇ ਵਿੱਚ ਖੱਚਤ ਹੈ, ਓਨਾ ਚਿਰ ਤੱਕ ਮਾਇਆ ਦੇ ਵਿੱਚ ਨਹੀਂ ਪਹੁੰਚ ਸਕਦਾ। ਜਿੰਨਾ ਚਿਰ ਤੂੰ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਖੱਚਤ ਹੈ, ਓਨਾ ਚਿਰ ਤੱਕ ਤੂੰ ਦੀਨ ਤੱਕ ਨਹੀਂ ਪਹੁੰਚ ਸਕਦਾ। ਹੁਣ ਮਨੁੱਖ ਸੰਸਾਰ ਦੇ ਵਿੱਚ ਖੱਚਤ ਕਿਵੇਂ ਹੈ, ਇਹਦੇ ਪਰਥਾਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਥਮ ਸ਼ਲੋਕ ਹੈ, ਜਿਹਦਾ ਆਪਾਂ ਪਾਠ ਸਰਵਣ ਕੀਤਾ ਹੈ। ਇਸ ਪਾਵਨ ਸ਼ਲੋਕ ਦੇ ਵਿੱਚ ਇੱਕ ਸ਼ਬਦ ਜਿਹੜਾ ਉਹ ਬਾਰ-ਬਾਰ ਰਿਪੀਟ ਹੋ ਰਿਹਾ ਹੈ, ਉਹ ਸ਼ਬਦ ਹੈ ਕੂੜ। ਤੇ ਕੂੜ ਦੇ ਮੈਂ ਅਰਥ ਕਰ ਦੇਵਾਂ ਝੂਠ, ਨਾਸ਼ਵੰਤ, ਜਿਹਨੇ ਕਦੀ ਵੀ ਸਦੀਵੀ ਨਹੀਂ ਰਹਿਣਾ। ਕਿਉਂਕਿ ਇਹ ਸ਼ਬਦ ਬਾਰ-ਬਾਰ ਰਿਪੀਟ ਹੋਣਾ ਹੈ, ਇੱਕ ਵਾਰ ਸਮਝ ਲਈਏ ਤੇ ਅਰਥ ਕਰਨੇ ਸੌਖੇ ਹੋ ਜਾਣਗੇ। ਸਤਿਗੁਰਾਂ ਨੇ ਅੱਜ ਦੇ ਸ਼ਲੋਕ ਦੇ ਵਿੱਚ ਕਿਹਾ, ਜੋ ਵੀ ਸਾਨੂੰ ਦਿਖਦਾ ਪਿਆ ਹੈ, ਚਾਹੇ ਉਹ ਮਨੁੱਖ ਹੈ, ਰਾਜਾ ਹੈ, ਪਰਜਾ ਹੈ, ਪਤੀ ਹੈ, ਪਤਨੀ ਹੈ, ਤਨ 'ਤੇ ਪਹਿਨਣ ਵਾਲੇ ਗਹਿਣੇ ਨੇ ਜਾਂ ਬਸਤਰ ਨੇ, ਸੰਸਾਰ ਦੇ ਵਿੱਚ ਜਿਹੜੀ ਵੀ ਵਸਤੂ ਸਤਿਗੁਰੂ ਕਹਿੰਦੇ ਤੈਨੂੰ ਨਜ਼ਰ ਆ ਰਹੀ ਹੈ, ਸਾਰੀ ਦੀ ਸਾਰੀ ਬਿਨਸਰਹਾਰ ਝੂਠ ਹੈ, ਇਹ ਕੂੜ ਹੈ। ਉਹਦਾ ਇੱਕ ਕਾਰਨ ਹੈ, ਦੇਖੋ ਜੋ ਸਵੇਰੇ ਸੀ ਉਹ ਇਸ ਵੇਲੇ ਝੂਠ ਹੋ ਚੁੱਕਾ ਹੈ। ਜਿਹੜਾ ਹੋਣਾ ਇਹਨੇ ਹੋਰ ਘੜੀਆਂ ਦੋ ਨੂੰ ਜਿਹੜਾ ਹੋਰ ਝੂਠ ਹੋ ਜਾਣਾ ਹੈ। ਜਿਹੜੀ ਚੀਜ਼ ਇੱਕ ਥਾਂ ਤੋਂ ਦੂਜੀ ਥਾਂ 'ਤੇ ਚਲਿਆ ਜਾਵੇ,
ਜਿਹਦਾ ਵਜੂਦ ਖਤਮ ਹੋ ਜਾਵੇ ਉਹਨੂੰ ਅਸੀਂ ਝੂਠ ਕਹਿ ਦਿੰਦੇ ਹਾਂ। ਤੇ ਸਤਿਗੁਰਾਂ ਨੇ ਅੱਜ ਪਾਵਨ ਬਚਨ ਵਰਤੇ, ਕਹਿਣ ਲੱਗੇ ਹੇ ਮਾਲਕ, ਜੋ ਸੰਸਾਰ ਦਿਖਦਾ ਹੈ ਨਾ, ਇਹ ਸਾਰੇ ਦਾ ਸਾਰਾ ਕੂੜ ਹੈ, ਸਾਰੇ ਦਾ ਸਾਰਾ ਝੂਠ ਬਿਨ ਸਨਾਰ ਹੈ। ਤੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਨਾ, ਤੇ ਇਸ ਬਾਣੀ ਦੇ ਵਿੱਚ ਇਹ ਵੀ ਤੁਹਾਨੂੰ ਸ਼ਬਦ ਮਿਲੇਗਾ ਕਿ ਸੰਸਾਰ ਜਿਹੜਾ ਹੈ ਇਹ ਪ੍ਰਮਾਤਮਾ ਨੇ ਹਰ ਕਾ ਬਾਗਰਾ ਨਾਚਿਆ ਪਿੰਤੀ ਮੈਂ ਸਾਗਰਾ, ਉਹਨੇ ਆਪਣਾ ਬਾਗ ਬਗੀਚਾ ਬਣਾ ਕੇ ਪੈਦਾ ਕੀਤਾ ਹੋਇਆ। ਜਾਂ ਆਸਾ ਦੀ ਵਾਰ ਅੰਦਰ ਅਸੀਂ ਇਹ ਵੀ ਸ਼ਬਦ ਪੜ੍ਹਦੇ ਹਾਂ ਕਿ ਜਿਹੜਾ ਪ੍ਰਮਾਤਮਾ ਨੇ ਇਸ ਸੰਸਾਰ ਨੂੰ ਪੈਦਾ ਕੀਤਾ ਹੋਇਆ ਹੈ, ਇਹ ਉਸ ਸੱਚੇ ਦੀ ਰਹਿਣ ਵਾਲੀ ਜਗ੍ਹਾ, ਉਹਦੀ ਕੋਠੜੀ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਪਾਸੇ ਸਤਿਗੁਰੂ ਕਹਿਣ ਲੱਗੇ ਨੇ ਕਿ ਸਾਰਾ ਕੁਝ ਸੱਚ ਹੈ, ਸੰਸਾਰ ਸੱਚ ਹੈ। ਅੱਜ ਦੇ ਸ਼ਲੋਕ ਦੇ ਵਿੱਚ ਸਤਿਗੁਰੂ ਕਹਿੰਦੇ ਸਾਰਾ ਕੁਝ ਝੂਠ ਹੈ। ਬਸ ਇਸੇ ਨੁਕਤੇ ਨੂੰ ਸਮਝ ਜਾਈਏ ਤੇ ਅਸੀਂ ਸ਼ਲੋਕ ਦੇ ਅਰਥ ਬੜੇ ਸੁਖੈਨ ਕਰ ਲਾਂਗੇ। ਇੱਕ ਪਾਸੇ ਸਤਿਗੁਰੂ ਕਹਿ ਰਹੇ ਨੇ ਬਿਲਕੁਲ ਸਾਰਾ ਕੁਝ ਝੂਠ ਹੈ, ਕੁਛ ਨਾਲ ਨਹੀਂ ਜਾਣਾ। ਇੱਕ ਪਾਸੇ ਸਤਿਗੁਰੂ ਕਹਿ ਰਹੇ ਨੇ ਕਿ ਸਾਰਾ ਕੁਝ ਸੱਚ ਹੈ, ਇਹ ਪ੍ਰਮਾਤਮਾ ਦਾ ਬਣਾਇਆ ਹੋਇਆ ਸੰਸਾਰ ਹੈ। ਜੇ ਤੁਸੀਂ ਦੋਵੇਂ ਸ਼ਬਦ ਪੜ੍ਹੋ ਇਹ ਆਪਾ ਵਿਰੋਧੀ ਜਾਪਣਗੇ। ਇੱਕ ਪਾਸੇ ਤੁਸੀਂ ਸਤਿਗੁਰੂ ਕਹਿ ਰਹੇ ਜੇ ਇਹ ਸੱਚ ਹੈ, ਇੱਕ ਪਾਸੇ ਝੂਠ ਹੈ। ਬਸ ਇਹਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਨਾਲ ਮੈਂ ਸਮਝਾ ਦੇਵਾਂ। ਇੱਕ ਬੱਚਾ ਆਪਣੇ ਮਾਂ-ਬਾਪ ਦੇ ਨਾਲ ਮੇਲੇ ਦੇ ਵਿੱਚ ਜਾਂਦਾ ਹੈ। ਹੁਣ ਮੇਲਾ ਜਿਹੜਾ ਹੈ ਉਹਦੇ ਵਿੱਚ ਖਾਣ ਵਾਲੀਆਂ ਦੁਕਾਨਾਂ ਨੇ, ਖਿਡੌਣੇ ਲੱਗੇ ਹੋਏ ਨੇ, ਭੰਗੂੜੇ ਆਦਿਕ ਲੱਗੇ ਹੋਏ ਨੇ, ਬੜਾ ਤਰ੍ਹਾਂ ਤਰ੍ਹਾਂ ਦਾ ਰੌਣਕ ਮੇਲਾ ਹੈ। ਬੱਚੇ ਦੀ ਜਿੰਨਾ ਚਿਰ ਬਾਂਹ ਮਾਂ-ਬਾਪ ਨੇ ਫੜੀ ਹੋਈ ਹੈ, ਜਿੰਨਾ ਚਿਰ ਬੱਚਾ ਮਾਂ-ਬਾਪ ਦੇ ਨਾਲ ਹੈ, ਉਹਨੂੰ ਮੇਲਾ ਬੜਾ ਰੌਣਕ ਲੱਗਦਾ ਹੈ, ਮੇਲਾ ਬੜਾ ਸੁਹਾਵਣਾ ਲੱਗਦਾ ਹੈ। ਜੋ ਚਿੱਤ ਕਰਦਾ ਆ ਵੀ ਮਠਿਆਈ ਖਾ ਲਵਾਂ, ਆ ਵੀ ਖਾ ਲਵਾਂ, ਚਿੱਤ ਕਰਦਾ ਆ ਵੀ ਖਿਡੌਣਾ ਲੈ ਲਵਾਂ, ਆ ਵੀ ਲੈ ਲਵਾਂ। ਕਦੀ ਇੱਧਰ ਨੂੰ ਭੱਜਦਾ ਹੈ ਖੁਸ਼ੀ ਨਾਲ, ਕਦੀ ਇੱਧਰ ਨੂੰ ਭੱਜਦਾ ਹੈ। ਪਰ ਅਚਾਨਕ ਮਾਂ-ਬਾਪ ਦੀ ਬਾਂਹ ਛੁੱਟ ਜਾਵੇ, ਹੱਥ ਬੱਚੇ ਨਾਲੋਂ ਛੁੱਟ ਜਾਵੇ, ਬੱਚਾ ਮਾਂ-ਬਾਪ ਤੋਂ ਦੂਰ ਹੋ ਜੇ, ਉਹ ਮੇਲਾ ਹੁਣ ਉਹਨੂੰ ਡਰਾਉਣਾ ਲੱਗਦਾ ਹੈ। ਜਿਹੜਾ ਬੱਚਾ ਕੁਝ ਘੜੀਆਂ ਪਹਿਲਾਂ ਹੱਸਦਾ ਸੀ, ਉਹ ਬੱਚਾ ਹੁਣ ਰੋਣ ਲੱਗ ਪਿਆ। ਜੇ ਉਹਨੂੰ ਕੋਈ ਫੜ ਕੇ ਕਵੇ ਤੈਨੂੰ ਖਿਡੌਣੇ ਲੈ ਦੇਣਾ, ਮਠਿਆਈ ਲੈ ਦੇਣਾ, ਕੁਝ ਹੋਰ ਜਿਹੜੀ ਚੀਜ਼ ਕਵੇਂ ਲੈ ਦੇਣਾ, ਚੁੱਪ ਕਰ, ਉਹ ਕਹਿੰਦਾ ਨਹੀਂ ਮੈਨੂੰ ਕੁਛ ਨਹੀਂ ਚਾਹੀਦਾ। ਤੇ ਅਗਲਾ ਸਵਾਲ ਹੋਵੇਗਾ ਤੂੰ ਪਹਿਲਾਂ ਹੱਸਦਾ ਸਾਂ, ਕਹਿੰਦਾ ਸਾਂ ਮੈਂ ਮੇਲੇ ਦੇ ਵਿੱਚ ਜਾਣਾ ਹੈ, ਹੁਣ ਤੂੰ ਰੋਣਾ ਕਹਿੰਦਾ ਮੈਂ ਮੇਲੇ ਦੇ ਵਿੱਚ ਕੱਖ ਨਹੀਂ ਲੈਣਾ। ਤੇ ਬੱਚੇ ਦਾ ਬੜਾ ਸੋਹਣਾ ਜਵਾਬ ਹੁੰਦਾ ਹੈ, ਕਹਿਣ ਲੱਗਾ ਮੇਲਾ ਓਨਾ ਚਿਰ ਚੰਗਾ ਲੱਗਦਾ ਸੀ ਜਿੰਨਾ ਚਿਰ ਮਾਂ-ਬਾਪ ਨਾਲ ਸੀ। ਖਾਣ ਵਾਲੀਆਂ ਵਸਤੂਆਂ, ਹੰਡਾਉਣ ਵਾਲੀਆਂ ਭੰਗੂੜੇ ਜਿਹੜੇ ਨੇ, ਖਿਡੌਣੇ ਤਾਂ ਚੰਗੇ ਸਨ ਮਾਂ-ਬਾਪ ਨਾਲ ਹੈ। ਜੇ ਮਾਂ-ਬਾਪ ਹੀ ਸਾਥ ਛੱਡ ਗਿਆ, ਮਾਂ-ਬਾਪ ਹੀ ਨਾਲ ਨਾ ਰਿਹਾ, ਤੇ ਕਿਹੜੇ ਮੇਲੇ ਦੀਆਂ ਗੱਲਾਂ ਕਰਦੇ ਜੀ, ਕਿਹੜੀਆਂ ਮਠਿਆਈਆਂ ਕਿਹਨੂੰ ਲੰਘਦੀਆਂ ਨੇ ਤੇ ਇਹ ਖਿਡੌਣੇ ਕਿਹਨੂੰ ਪਾਉਂਦੇ ਨੇ। ਬਸ ਆਹ ਨੁਕਤਾ, ਜਦੋਂ ਪਰਮਾਤਮਾ ਸਾਡੇ ਅੰਗ ਸੰਗ ਹੈ, ਜਦੋਂ ਮਨੁੱਖ ਦੀ ਸੁਰਤ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਗੁਰਮੁਖੋ, ਉਦੋਂ ਸਤਿਗੁਰੂ ਦੀ ਅੰਮ੍ਰਿਤ ਬਾਣੀ ਆਖੇਗੀ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਿਸ ਦਿਨ ਤੇਰੀ ਸੁਰਤ ਪਰਮਾਤਮਾ ਦੇ ਨਾਲੋਂ ਟੁੱਟ ਗਈ, ਤੂੰ ਰੱਬ ਦੇ ਨਾਲੋਂ ਟੁੱਟ ਗਿਆ, ਉਹਦੇ ਪਰਥਾਏ ਅੱਜ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਸਾਰੇ ਦਾ ਸਾਰਾ ਕੁਝ ਝੂਠ ਹੈ। ਇਸ ਪਾਵਨ ਸ਼ਬਦ ਦਾ ਜਿਹੜੀ ਮੂਲ ਪੰਕਤੀ ਹੈ ਉਹ ਅਖੀਰ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਿੱਥੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਕਿ ਨਾਨਕ ਵਖਾਣੈ ਬੇਨਤੀ। ਸਤਿਗੁਰੂ ਕਹਿੰਦੇ ਇੱਕ ਮੈਂ ਗੱਲ ਦੱਸਦਾ ਤੁਹਾਨੂੰ, ਇੱਕ ਬੇਨਤੀ ਕਰਾਂ। ਕੀ ਕਹਿਣਗੇ? ਤੁਧ ਬਾਝ ਕੂੜੋ ਕੂੜ, ਕਹਿਣ ਲੱਗੇ ਹੇ ਪ੍ਰਭੂ ਸੰਸਾਰ ਦੇ ਵਿੱਚ ਜਦੋਂ ਤੇਰੀ ਯਾਦ ਭੁੱਲ ਜਾਂਦੀ ਹੈ, ਸੰਸਾਰ ਦੇ ਵਿੱਚ ਜਦੋਂ ਤੇਰੇ ਨਾਲੋਂ ਸੁਰਤ ਟੁੱਟ ਜਾਂਦੀ ਹੈ, ਸੰਸਾਰ ਦੇ ਵਿੱਚ ਜਦੋਂ ਮਨੁੱਖ ਤੇਰੇ ਨਾਲੋਂ ਨਾਤਾ ਤੋੜ ਲੈਂਦਾ ਹੈ, ਤੇ ਯਾਦ ਰੱਖਿਓ ਹੱਸਦਾ ਵਸਦਾ ਹੋਇਆ ਸੰਸਾਰ ਵੀ ਝੂਠ ਲੱਗਦਾ ਤੇ ਇਹ ਕੂੜ ਪਿਆ ਜਾਪਦਾ, ਇਹਨੇ ਨਾਸ਼ ਹੋ ਜਾਣਾ ਹੈ। ਗੁਰਮੁਖੋ ਇਹ ਸੰਸਾਰ ਜਿਹੜਾ ਹੈ ਇਹ ਓਨਾ ਚਿਰ ਸੋਹਣਾ ਲੱਗਦਾ ਜਿੰਨਾ ਚਿਰ ਪ੍ਰਮਾਤਮਾ ਦੀ ਯਾਦ ਹੈ। ਜਦੋਂ ਪਰਮਾਤਮਾ ਦੀ ਯਾਦ ਨਹੀਂ, ਜਿਵੇਂ ਬੱਚਾ ਮੇਲੇ ਵਿੱਚ ਮਾਂ-ਬਾਪ ਦੇ ਨਾਲ ਮੇਲਾ ਸੋਹਣਾ ਲੱਗਦਾ ਹੈ। ਜਦੋਂ ਮਾਂ-ਬਾਪ ਦਾ ਬਾਂਹ ਛੁੱਟ ਗਈ, ਮੇਲਾ ਡਰਾਉਣਾ ਹੈ। ਜਿੰਨਾ ਚਿਰ ਅੰਦਰ ਸੁਰਤ ਪਰਮਾਤਮਾ ਨਾਲ ਜੁੜੀ ਹੋਈ ਹੈ, ਇਹ ਜਿਹੜਾ ਸੰਸਾਰ ਪਰਮਾਤਮਾ ਦਾ ਰੂਪ ਹੈ, ਜਿਸ ਦਿਨ ਛੁੱਟ ਗਈ ਇਹ ਸਾਰੇ ਦਾ ਸਾਰਾ ਕੁਝ ਝੂਠ ਹੈ। ਤੁਸੀਂ ਵੇਖੋ ਕੁਝ ਗੁਰਮੁਖ ਇਹੋ ਜਿਹੇ ਨੇ ਜਿਹੜੇ ਪਰਿਵਾਰ ਦੇ ਵਿੱਚ ਰਹਿ ਕੇ ਬੜੇ ਖੁਸ਼ ਰਹਿੰਦੇ ਨੇ, ਨਿਤਨੇਮ ਵੀ ਕਰਨਗੇ, ਬਾਣੀ ਵੀ ਪੜ੍ਹਨਗੇ, ਸਿਮਰਨ ਵੀ ਕਰਨਗੇ। ਕੁਝ ਇਹੋ ਜਿਹੇ ਨੇ ਜਿਹੜੇ ਕੇਵਲ ਤੇ ਕੇਵਲ ਨਿਰਾਸ਼ਤਾ ਲੈ ਕੇ ਬੈਠੇ ਨੇ, ਕਹਿੰਦਾ ਕੋਈ ਨਹੀਂ ਮੇਰਾ ਹੈਗਾ, ਨਾ ਮਾਂ ਬਾਪ, ਭੈਣ ਭਰਾ, ਧੀਆਂ ਪੁੱਤਰ ਕੋਈ ਨਹੀਂ ਮੇਰੇ। ਕਿਉਂ ਹੋ ਗਏ ਇੱਦਾਂ? ਕਿਉਂਕਿ ਅੰਦਰੋਂ ਪਰਮਾਤਮਾ ਦੀ ਯਾਦ ਨਿਕਲ ਗਈ।
तू रब नूं भुल गया। जिस दिन रब नूं याद करदा सां उस दिन रब दे बनाए हुए जीव भी चंगे लगदे सन। अज तैनूं रब दे कोलों जिहड़ी सी दूरी मिल गई, तू रब नूं त्याग दिता, उहनूं भुल गया ते संसार ने भी तैनूं लत मार के परे कर दिता। सतगुरु कह लगे नानक वखाणै बेनती तुद बाज, कूड़ो कूड़ तेरे तो बिना सारा कुछ कूड़ है। तो गुरु नानक साहब महाराज जी का श्री राग के अंदर पहला शब्द है, ਉਹਦੇ ਵਿੱਚ सतगुरां ने ਜਿਹੜੇ 4 बंद लए ने। शब्द के 4 बंदा दे विच हर तरह का सुख जिहड़ा सतगुरां ने वो सानू बख्शिश कीता है। तो हरेक सुख दे नाल इक्को गल कही है कि पातशाह वेखियो किते इन्हां सुखां नूं वेख के तेरी अंदरों याद ना भुल जावे। तो जे कह दईए कि सतगुरु इन्ने कीमती, इन्ने वधिया, इन्ने चंगे सुख ने, जे रब भुल भी जावे तो की होवेगा। उहदियां रहाओ वालियां पंक्तियां ने कि सतगुरु कह लगे जे रब भुल गया तो मेरी जिंद जिहड़ी सड़ बल के कोला हो जाएगी। कह लगे हर बिन जियो जल बल जाओ, हर बिन जियो जल बल जाओ, मैं अपना गुर पूछ देखिया अवर नाही, थां मैं गुरु नूं पुछ के वेख लिया है। जिस दिन रब भुल गया तेरे वास्ते किते तैनूं थां ढोई वास्ते नहीं मिलनी। वो दुनियावी सुख किहड़े ने मैं शब्द तुहाडे नाल साझा कर देना। अर्थ बड़ी बड़ी कीते ने। सतगुरु कह लगे मोती तां मंदर उसरै, रतनी ता होहे जड़ाओ, कस्तूर कुंगू अगर चंदन लीप आवै चाओ। कहंदे मोतियां दे महल उसारे होण, जिहड़े सुगंधियां छिड़कियां होण, चंदन दा लेपन कीता होवे। हुण एक साडे महल ने आ कंक्रीट दे ने, एक महल मोतियां दे बनाए होण, एडा कीमती महल होवे। सतगुरु कहंदे जे इहदे विचों भी तेरी याद भुल गई तो ये महल मैनू चंगे नहीं लगणगे। मोती तां मंदर उसरै, रतनी तां होहें जड़ाओ, कस्तूर कुंगू अगर चंदन लीप आवै चाओ, मत देख भूलां विसरै तेरा चित न आवै नाओ। हे पातशाह किते मैं इन्हां मोह दे विच पै के, इस मंडप माड़ियां दे विच पै के, हीरियां मोतियां दे नाल वेख के किते मैं तैनूं भुल ना जावां, किते वेखी तेरी अंदरों याद ना विसर जावे। दूसरी सतगुरां उदाहरण दित्ती, कह लगे धरती तां हीरे लाल जड़ती, पलंग लाल जड़ाओ। कहते धरती जिहड़ी है मेरा घर है ना, वो हीरियां दे नाल ऐ जड़िया होवे। अज असीं टाइलां लाउने बड़ियां सोहणियां, सतगुरु कहते टाइलां दीयां जगह कीमती जड़े ने हीरे मोती जड़े होण। धरती तां हीरे लाल जड़ती, पलंग जिहड़ा मेरा पलंग है लाल जड़ाओ, कीमती लालां दे नाल जड़िया होवे। मोहनी मुख मणि सोहै, कहते मेरी धर्म पत्नी इन्नी क ज़्यादा सोहनी होवे, उहदा जिहड़ा मुखड़ा है मणि दे वांग चमकदा होवे। देखो जिहड़ी सतगुरां गल रखी असीं उहनूं लुका नहीं करांगे। कहंदे मेरा जिहड़ा जीवन साथी है उहदे कोल सुहप्पण इन्ना होवे कि दुनिया की हरेक चमक उहदे अगे फिक्की पै जांदी होवे। पर फिर सतगुरु कह लगे मोहनी मुख मणि सोहै करै रंग, पसाओ कई तरह के मेरे नाल हाव भाव प्रेम वाले करे। प्रेम भाव दे विच फस के धरती नूं हीरियां दे नाल जड़ी वेख के पति पत्नी के रूप दे विच खचित हो गए। सतगुरु कहंदे किते तेरी जात ना भुल जावे, मत देख भूलां विसरै तेरा चित न आवे ना। अगे सतगुरां कहा जे मैं किते बंदगी कर लवां सिद्ध होवां, सिद्ध लाई रिद्ध आखां आओ। कहंदे मैं सिद्ध बन जावां, रिद्धियां सिद्धियां कोल आ जाण, गुप्त प्रगट होए बैसां लोक राखै भाओ। इन्नी ताकत आ जावे अपनी मर्जी दे नाल गुप्त हो जावां, अपनी मर्जी नाल प्रगट हो जावां। इन्ना दबदबा बन जे लोक मैनू संत महात्मा जोगी कह के पूजन, मेरा डर रखण। कहते इन्नी मान इज्जत हासिल करके भी जे किते तेरा नाम भुल गया सारा कुछ कूड़ है। कह लगे मत देख भूलां विसरै तेरा चित न आवै नाओ। चौथा सतगुरां ने बंध लिया, कह लगे सुल्तान होवां मेल लश्कर, तख्त राखा पाओ। कहते मैं सुल्तान बादशाह बन जावां, लाम लश्कर मेरे नाल होवे, तख्तां दे उत्ते मेरा पैर होवे, जिथे मैं पैर रख देवां वो राज मेरा बन जावे। कहन लगे हुक्म हासिल करी बैठा नानका सब वाओ, हर पासे मेरा दबदबा, हर पासे मेरा हुक्म चले। सतगुरु कहते जे तेरी नजाद अंदरों भुल गई तो सब वाओ का अर्थ है सारे का सारा हवा दे वांग कूड़ी है, पल्ले कुछ नहीं पैना। क्यों मत देख भूलां विसरै तेरा चित न आवे नाओ। ये 4 बंदा का भाव इहो कि पातशाह मैनू महल माड़ियां बेशक मोतियां दे नाल जड़ियां दे दी, पर एक कृपा करी वो मोतियां दे नाल महल माड़ियां जड़ियां उन्होंने वेख के किते तेरी याद ना भुल जावे। महल माड़ियां माड़ियां नहीं, रब नूं भुल जाना माड़ा है। दूसरे बंद च कहा मेरा परिवार बड़ा सुहप्पण वाला होवे, सुहप्पण वाला परिवार माड़ा नहीं, सुहप्पण दे विच खचित हो के रब नूं भुल जाना माड़ा है। तीसरी उदाहरण दित्ती रिद्धियां सिद्धियां आ जाण,
हर इच्छा पूरी हो जाए। हरेक इच्छा पूरी करनी माड़ी नहीं, पर इच्छावां दे विच खचित हो जाना माड़ा है। सतगुरु कहते दुनिया का राज भाग मिल जाए, बादशाह बन जावा। याद रखियो, राज करना माड़ा नहीं, बादशाह बनना माड़ा नहीं, रब नूं भुल जाना माड़ा है। सतगुरु इत्थे बख्शिश करते हैं, नानक वखाणै बेनती तुद बाज कूड़ो कूड़। हे प्रभु जी, जदों तेरी याद हिरदे दे विचों विसर गई, उदों मैनूं सारा कुछ झूठ जापदा है, उदों सारा कुछ नाशवंत जापदा। ये अज दे पावन शब्द का मूल भाव है। जदों समुचे शब्द के अर्थ करने ने, तो याद रखियो इस पंक्ति नूं ध्यान च रखना कि तुद बाज कूड़ो बू कूड़, तैनूं भुलिया ते तां कूड़ है, उदां संसार कूड़ नहीं। उदां सतगुरां ने ये किते नहीं कहा कि तू परिवार दे विच ना रह, तू राजा ना बन, ते तू जिहड़ा है अपने आप नूं रिष्ट पुष्ट ना रख, किते नहीं मिलिया। बस इक्को गल समझाई, इन्हां सारियां दे विच किते तेरे अंदरों रब दी याद ना भुल जावे। इस श्लोक की आरंभता सतगुरु करते हैं। श्लोक महला पहला। गुरु नानक साहब महाराज जी का अमृत बचन कहन लगे, कूड़ राजा कूड़ प्रजा कूड़ सब संसार। कूड़ के अर्थ मैं फिर रिपीट कर देवां, झूठ नाशवंत, जिन्हां ने सदीवी नहीं रहना। सतगुरु कहन लगे, हे प्रभु, ये जिहड़ा संसार है ना, ये एक छाया की तरह, छां की तरह है। इनू समझण वास्ते परमात्मा रुख है, तो संसार जिहड़ा उहदी पैदा कीती हुई कुदरत, वो जिहड़ी शौरा है, वो छां है। जिवें दिन चढ़दा है, धुप लगदी है, रुख अपनी थां ते खलोता होया है, पर जिहड़ी छां है वो ज्यों ज्यों सूरज अपना दिशा बदलदा है, ज्यों ज्यों धरती घुमदी है, त्यों त्यों जिहड़ी छां भी नाल दी नाल असीं घुमदी देखदे हैं। संसार जिहड़ा घुमनहार है, संसार बिनसनहार है, पर परमात्मा वो कदी नहीं बिनसनहार, वो एक थां ते टिकण वाला है। इत्थे सतगुरु कह लगे, कूड़ राजा। मनुख के मन दे विच ये चाहत हुंदी है कि मैं राज भाग हासिल करां, ते गुरु ग्रंथ साहिब महाराज जी की बाणी ने कहा है, भैलिया एक गल चेता रखी, राज हासिल करन दे नाल, संसार दे विच जित हासिल करन दे नाल जरूरी नहीं तू सौखा हो जावें। कई बारी मनुख को गरीबी होवे ना, ਉਹਦਾ मन ये सोचता है कि मैं अमीर हुंदा ते अज मेरा इधर चंगा हुंदा, मैं सौखा हुंदा, आ वधिया हुंदा सारा कुछ। पर गुरु अर्जन साहब कहंदे नहीं, सुख केवल ते केवल परमात्मा दे नाम दे विचों है। जे दुख वेखदा ते वड्डे वड्डे राजे भी जिहड़े ने वो भी दुखी तुरे फिरदे ने। उस सतगुरां दे बचन पढ़दे, सगल सृष्टि को राजा दुखिया। भावें सारी सृष्टि का राज क्यों ना कायम कर ला, जे तुद बाज है, जे रब दे नालों टुटिया होया है, कह लगे सगल सृष्टि को राजा दुखिया, हर का नाम जपत होए सुखिया। तू सुखी उदों होएगा जदों परमात्मा का नाम जपेगा। ਇਹਦਾ अर्थ ये नहीं करना कि राजा दुखी है, अर्थ ये है एक राजा भी जे रब नूं भुल जांदा ते वो तां दुखी है। जे एक राजा भी परमात्मा की बंदगी करदा, सतगुरु कहंदे वो राज भाग भी चंगा है। इत्थे सतगुरु कह लगे, कूड़ राजा, कहंदे जिहड़ा राजा है ना, इहने बिनस जाना है। ਇਹਦੇ ਤੋਂ ਪਹਿਲਾਂ ਇਹਦਾ ਪਿਤਾ ਰਾਜਾ ਸੀ, ਪਿਤਾ ਤੋਂ ਪਹਿਲਾਂ ਜਦੋਂ ਪੁਸ਼ਤੈਨੀ ਰਾਜ, ਉਹ ਤੋਂ ਦਾਦਾ ਰਾਜਾ ਸੀ, ਉਹ ਤੋਂ ਪਹਿਲਾਂ ਪੜਦਾਦਾ ਰਾਜਾ ਸੀ। ਇਹ ਚੱਲਦਾ ਆ ਰਿਹਾ ਹੈ। ਕੱਲ ਨੂੰ ਇਹਦੇ ਪੁੱਤਰ ਨੇ ਰਾਜਾ ਬਣ ਜਾਣਾ, ਇਹਦੇ ਪੋਤਰੇ ਨੇ ਬਣ ਜਾਣਾ। ਸੰਸਾਰ ਚੱਲਣਹਾਰ, ਇਹ ਸਾਰਾ ਕੁਝ ਕੂੜਾ ਹੈ। ਜੇ ਰਾਜਾ ਕੂੜਾ ਹੈ ਤੇ ਪ੍ਰਜਾ ਜਿਹੜੀ ਹੈ, ਸਤਿਗੁਰੂ ਕਹਿੰਦੇ ਉਹਨੇ ਵੀ ਟਿਕੀ ਨਹੀਂ ਰਹਿਣਾ। ਸੰਸਾਰ 'ਚ ਜਿਹੜਾ ਆਈ ਚਲਾਈ ਚੱਲੇਗੀ, ਕੂੜ ਰਾਜਾ ਕੂੜ ਪ੍ਰਜਾ। ਸਤਿਗੁਰੂ ਕਹਿੰਦੇ ਰਾਜਾ ਵੀ ਨਾਸ਼ਵੰਤ ਹੈ, ਉਹਦੀ ਬਣਾਈ ਹੋਈ ਪ੍ਰਜਾ ਵੀ ਜਿਹੜੀ ਹੈ सारी नाशवंत है। अगे सतगुरु कह लगे, कूड़ सब संसार। कहते जिस दिन तेनू रब भुल गया, याद रखी सारा संसार भी कूड़ ही तेनू पासदा है। कोई संसार भी मिथ्या होया है, संसार ने भी जिहड़ा हमेशा दे लई जिहड़ा है वो कदे चित नहीं रहना। कह लगे, कूड़ मंडप कूड़ माड़ी कूड़ बैसन हार। मंडप का अर्थ है जिते शमयाने चंदोए लगे हुंदे ने, बड़े बड़े महल। मंडप माड़ी, माड़ी का अर्थ रहन बसेरा, महल हो गए, कोठियाँ। सतगुरु कह लगे जिहड़े मंडप ने वड्डे वड्डे, जिहड़ियां मड़ियां माड़ियां ने, जिहड़े महल ने, याद रखी ना शमयाने रहणगे, ना तेरे बनाए हुए महल कदी रहने ने, इन्हां ने भी नाश हो जाना है। समा पा के महल मंडप माड़ियां खंडरात बन जाणगे। कूड़ मंडप कूड़ माड़ी, जे एक दिन महलां ने नहीं रहना तो इन्हां दे विच बहण वालियां ने भी कदी नहीं रहना। कूड़ बैसन हार, कहते जिहड़ा तू महल मल के बैठा होया है ना, इन्हें भी एक दिन इत्थों चलिया जाना है, इन्हें भी एक दिन इत्थों तुरदा बनना है। तो मनुख का सुभाव है इस संसार नूं अपना जिहड़ा
ये पक्का टिकाणा करके मन के बैठा होया है। मेरे सतगुरु कह लगे भलिया नहीं, इन्हें एक दिन नाश हो जाना है। अगे कह लगे कूड़ सोयना, पाठ सोना नहीं करना इहदा। सस्से औंकड़ लगा, ईड़ी नूं सियारी सोयना, भाव अर्थ सोना ही करांगे। कूड़ रूपा, रुपए का अर्थ है चांदी। कूड़ पैनन हार, सतगुरु कह लगे सोना अते चांदी इन्हां तो गहने बनते ने। सतगुरु कह लगे ये जिहड़े गहने ने ये भी एक दिन नूं चमक दमक इन्हां दी खत्म होके ते ये भी विनस जाने ने, ये भी खत्म हो जाएंगे। आपनूं पता होवेगा सोना पाया पाया घस जाता है, चांदी काली हो जाती वो भी घस जाती है। सतगुरु कह लगे कूड़ सोना, कूड़ रूपा, सोना भी कूड़ है, चांदी भी कूड़ है, तो जिन्हें गल दे विच हत्थां पैरां दे विच पाया कूड़ पैनन हार, वो पैनन वाला औरत ते मर्द जिहड़े वो दोवें झूठे ने, उन्होंने भी खत्म हो जाना है। अगे शब्द है कूड़ काया, कूड़ कपड़, कूड़ रूप अपार। काया का अर्थ है शरीर। सतगुरु कहते ये शरीर भी नाशवंत है। कपड़ का अर्थ है बस्तर, ये उत्ते पाउण वाले कपड़े भी एक दिन खत्म हो जाने ने, जिहड़े ने नाश हो जाने ने। कूड़ रूप, रूप का अर्थ है सुहप्पन। अपार बेअंत, कहते जिस मनुख के उत्ते बेअंत सुहप्पन है उन्हें भी एक दिन नूं नाश हो जाना है। तो मैं एक बेनती करा, मनुख एक इहो जी जाति है जिहड़ा परमात्मा की सुंदरता नूं प्रवान नहीं करता। कुदरत दे विच 84 लाख जिहड़े वो जीव जंतु मन्ने गए ने, ते कदी 84 लाख जूनां नूं तुसीं मेकअप करदिआं देखिआ, अपने आप नूं सजदिआं सवारदिआं वेखिआ? केवल ते केवल मनुख है जो रब की दात नूं प्रवान नहीं करता। जे परमात्मा ने मोर बनाया उहदे च रंग पाए ने, वो सोहना लगदा है। जे उन्हें घुग्गियां गटारां चिड़ियां बनाईयां ने, उन्हें शेर गिद्दड़ हर तरह के जीव जंतु पशु पंछी पैदा किया है, उन्हें सुहप्पन दिता, तो सुहप्पन उन्हें मनुख नूं भी दिता सी। पर मनुख नूं परमात्मा का सुहप्पन प्रवान नहीं। इन्हें अपने तन नूं शिंगारन का यतन किया। ये दो पंक्तियां दे मैं अर्थ कर रहा। इन्हें अपने आप नूं गहणियां दे नाल शिंगारिया, दूसरा इन्हें अपने आप नूं जिहड़ा सी कपड़े दे नाल शिंगारिया। ते सतगुरु गुरु ग्रंथ साहिब महाराज जी की बाणी कहती है भलिया ये गहने भी नाश हो जाने ने, ये कपड़े भी नाश हो जाने ने, जिस तन नूं शिंगारदा पिया इन्हें भी नाश हो जाना है। पर अज मनुख की एक बिरती है, एक सुभाव है, मनुख केवल तो केवल जिहड़ा है अपने तन नूं शिंगारन वाले पासे लगा होया, इहनूं परमात्मा भुलिया होया है। तो सतगुरु गुरु ग्रंथ साहिब महाराज जी की बाणी दे विच एक बड़ा प्यारा बचन है। सतगुरु भगत कबीर साहब जी कहन लगे जिहड़ा मनुख अपने आप नूं शिंगारदा है, तन दे उत्ते मान लो गहने पाए, ये गहने साड़ियां बीबियां ज़्यादियां पाउंदियां ने। सतगुरु कहन लगे भगत कबीर साहब सतगुरां दी बाणी दे विच कहन लगे एक बीबी तन दे उत्ते कीमती गहने पा के आवे, कीमती तो कीमती पोशाक पाई होवे, कपड़े बड़े सोहणे पाए होण, दूसरे पासे एक वो बीबी वो औरत है जिहड़ी रब दे प्यारिआं दे कोल, जिहड़ी साधु संतां दे कोल गुरुद्वारे मंदिर दे विच सेवा करदी दासी है, पानी ढोंदी है, उहदे कपड़े बिल्कुल सादे ने, तन दे उत्ते जिहड़े कपड़े ने वो भी पाटियां लीरां ने, थां थां ते तोपे लगे हुए ने। भगत कबीर साहब कहन लगे एक दासी भावें तन दे कपड़े जिहड़े फिटी फिटी होए पए ने, भावें तन दे कपड़े बड़े सादे ने, पर उस राणी दे नालों, उस सज्जी सवारी हुई बीबी दे नालों कई गुणा चंगी है, जिन्हें अपने आप नूं सिंगारिया तो है पर अंदर परमात्मा दी नाम नहीं, अंदर उहदी याद नहीं। मैं बेनती करा, अज साडा सुभाव बनता जा रहा है, असी अपने कपड़े नूं किहड़े समय ते कित्थे पाउणा सी सानूं भुल गया। ये पढ़े लिखे दा होण दा मतलब ये नहीं सी कि असी अपने आप नूं जिहड़े गुणां नूं भुल जाइए, सदाचारी भाव जिहड़े गुण भुल जाइए। अज साडा नौजवान वर्ग जिहड़ा ये इन्ना क गलत लीह दे उत्ते तुर गया, ये तन दे बस्तर जिहड़े नुमैश वास्ते बनते जा रहे हैं। मैं ये बहुत कौड़ा सच है, मैं बहुत घट बोलदा क्योंकि समाज इनू एक्सैप्ट नहीं करता, परवान नहीं करता। तन दे उत्ते पाया होया कपड़ा तन ढक्कण वास्ते हुंदा है, तन दी नुमैश करन वास्ते नहीं। पर अज तन दे उत्ते कपड़ा जिहड़ा केवल ते केवल बहुतांत दे विच जिहड़ा है वो नुमैश करन वास्ते पाया जांदा है। मैं बेनती करा, ठीक है कई बार ये तर्क कर दिता जाता है नौजवान पीढ़ी वालों कि गुरु ग्रंथ साहिब दे विच कित्थे लिखिया जी आ कपड़े पाउणे ते आ नहीं पाउणे। पर मैं एक बेनती करा, भड़काऊ ये मस्कीन जी एक गल कहिंदे हुंदे सन, कहिंदे जो सादे कपड़े पाया राम चेता आउंदा है, भड़कीले कपड़े पाया काम चेता आउंदा है। ये गल नूं सानूं प्रवान करना पएगा, ये सच्ची गल है।
ਤੇ ਜਿਹੜੇ ਸਾਡੇ ਤਨ ਦੇ ਕੱਪੜੇ ਨੇ ਨਾ, ਇਹ ਸਾਨੂੰ ਲੱਗਦਾ ਅਸੀਂ ਸੋਹਣੇ ਲੱਗਦੇ ਆ, ਪਰ ਅਗਲੇ ਦੀ ਜਦੋਂ ਬਿਰਤੀ ਦੇ ਨਾਲ ਦੇਖਦੇ ਤੇ ਮੈਨੂੰ ਮਾफ़ ਕਰਨਾ, ਜਿੱਡਾ ਬਦਸੂਰਤ ਅੱਜ ਮਨੁੱਖ ਬਣਿਆ ਫਿਰਦਾ, ਇਹ ਤੋਂ ਰੱਬ ਹੀ ਫਨਾ ਹੈ। ਇੱਕ ਗੱਲ ਯਾਦ ਰੱਖਿਓ, ਜਦੋਂ ਕੋਈ ਗੁਰਮੁਖ ਬਣਦਾ ਹੈ, ਰੱਬ ਦੇ ਨਾਲ ਜੁੜਦਾ ਹੈ ਨਾ, ਉਹਦੇ ਕੱਪੜੇ ਆਪਣੇ ਆਪ ਜਿਹੜੇ ਨੇ ਸਾਦਗੀ ਵਾਲੇ ਪਾਸੇ ਆ ਜਾਂਦੇ ਨੇ। ਮੈਂ ਇੱਕ ਦੋ ਉਦਾਹਰਨਾਂ ਦੇ ਦੇਣਾ, ਫਿਰ ਭਗਤ ਜੀ ਦਾ ਬਚਨ ਸਾਂਝਾ ਕਰ ਦਾਂਗਾ। ਇੱਕ ਲਾਟੂ ਜਿਹੜਾ ਹੈ ਉਹ ਬੜਾ ਘੁੰਮਦਾ ਹੈ। ਲਾਟੂ ਉਨਾ ਚਿਰ ਘੁੰਮੇਗਾ ਜਿੰਨਾ ਚਿਰ ਉਹਨੂੰ ਜਿਹੜੀ ਹੈ ਡੋਰੀ ਦੀ ਮਰੋੜੀ ਦਿੱਤੀ ਜਾਵੇਗੀ। ਜਦੋਂ ਧਾਗੇ ਦੀ ਮਰੋੜ ਖਤਮ ਹੋ ਜਾਏਗੀ, ਉਹ ਲਾਟੂ ਇੱਕ ਥਾਂ ਤੇ ਟਿਕ ਜਾਵੇਗਾ। ਅਸਮਾਨ ਦੇ ਵਿੱਚ ਪਤੰਗ ਉਨਾ ਚਿਰ ਉੱਡਦੀ ਹੈ ਜਿੰਨਾ ਚਿਰ ਹਵਾ ਵਗਦੀ ਹੈ। ਅਸਮਾਨ 'ਚੋਂ ਹਵਾ ਬੰਦ ਹੋ ਜਾਏਗੀ, ਪਤੰਗ ਥੱਲੇ ਆ ਜਾਏਗੀ। ਕੁਠਾਲੀ ਦੇ ਵਿੱਚ ਸੋਨਾ ਪਿਆ ਹੋਇਆ ਉਨਾ ਚਿਰ ਭੁੜਕਦਾ ਹੈ ਜਿੰਨਾ ਚਿਰ ਉਹਦੇ ਅੰਦਰ ਮੈਲ ਹੈ। ਮੈਲ ਸੜ ਜਾਏਗੀ, ਸੋਨਾ ਟਿਕ ਜਾਵੇਗਾ। ਹਵਾ ਰੁਕ ਗਈ, ਪਤੰਗ ਥੱਲੇ ਆ ਗਈ, ਮਰੋੜੀ ਡੋਰੀ ਦੀ ਮਰੋੜੀ ਖਤਮ ਹੋ ਗਈ, ਲਟੂਆ ਖਲੋ ਗਿਆ, ਮੈਲ ਸੜ ਗਈ, ਸੋਨਾ ਟਿਕ ਗਿਆ। ਜਿਸ ਦਿਨ ਤੈਨੂੰ ਸੰਸਾਰ ਦਾ ਮੋਹ ਟੁੱਟ ਕੇ ਨਿਰੰਕਾਰ ਦਾ ਮੋਹ ਪੈ ਗਿਆ, ਯਾਦ ਰੱਖੀ ਤੇਰਾ ਅੰਦਰ ਵੀ ਟਿਕ ਜਾਵੇਗਾ, ਜੀਵਨ ਸਾਦਗੀ ਵਾਲਾ ਹੋ ਜਾਵੇਗਾ। ਜਿੰਨਾ ਚਿਰ ਇਹ ਸਾਡੇ ਦੇਖੋ, ਸਿਆਣੇ ਇੱਕ ਗੱਲ ਕਹਿੰਦੇ ਹੁੰਦੇ ਸਨ, ਕਹਿਣ ਲੱਗੇ ਦਸਤਾਰ, ਰਫਤਾਰ ਤੇ ਗੁਫਤਾਰ। ਇਹ ਮੈਂ ਥੋੜ੍ਹੇ ਜਿਹੇ ਅਰਥ ਕਰ ਦੇਣਾ। ਦਸਤਾਰ ਦਾ ਅਰਥ ਹੈ ਸਾਡਾ ਪਹਿਨਣ ਦਾ ਤਰੀਕਾ, ਸਾਡੇ ਕੱਪੜੇ। ਰਫਤਾਰ ਹੈ ਸਾਡਾ ਚੱਲਣ ਦਾ ਚਾਲ, ਜਿਹਨੂੰ ਚਾਲ ਚੱਲਣ ਕਹਿੰਦੇ ਆ। ਗੁਫਤਾਰ ਦਾ ਅਰਥ ਹੈ ਬੋਲਣ ਦਾ ਤਰੀਕਾ। ਇਹ ਤਿੰਨਾਂ ਚੀਜ਼ਾਂ ਤੋਂ ਮਨੁੱਖ ਦੀ ਜੱਜਮੈਂਟ ਹੋ ਜਾਂਦੀ ਹੈ ਕਿ ਇਹ ਕਿਸ ਜਿਹੜਾ ਹੈ ਉਹ ਕੁਆਲਿਟੀ ਦਾ ਬੰਦਾ ਹੈ, ਇਹ ਕਿਹੜੇ ਚੀਜ਼ ਦੇ ਉੱਤੇ ਸਟੈਂਡ ਕਰਦਾ ਜਾਂ ਕਿਹੜੇ ਘਰਾਣੇ ਨੂੰ ਬਿਲੋਂਗ ਕਰਦਾ ਹੈ। ਜਿਹਨੂੰ ਅੱਜ ਅਸੀਂ ਬਾਡੀ ਲੈਂਗੁਏਜ ਕਹਿ ਦਿੰਦੇ ਹਾਂ ਨਾ, ਇਹ ਇਹਨਾਂ ਸਿਆਣੇ ਲੋਕਾਂ ਨੇ ਇਹਦੇ ਤੱਤ ਕੱਢੇ ਹੋਏ ਨੇ। ਤੇ ਮੈਂ ਬੇਨਤੀ ਕਰਾਂ, ਜਿਹੜੀ ਮੈਂ ਗੱਲ ਕਹਿ ਰਿਹਾ ਸਾਂ, ਯਾਦ ਰੱਖਿਓ, ਇਹ ਜਿਹੜੇ ਭਗਤ ਕਬੀਰ ਸਾਹਿਬ ਨੇ ਉੱਥੇ ਗੱਲ ਕਹੀ ਨਾ, ਉਹਨਾਂ ਨੇ ਬੜੀ ਸੋਹਣੀ ਗੱਲ ਕਹੀ। ਕਹਿਣ ਲੱਗੇ ਕਬੀਰ ਹੈ ਗੈ ਬਾਹਨ ਸਗਨ ਘਨ ਛਤਰਪਤੀ ਕੀ ਨਾਰ। ਹੈ ਦਾ ਅਰਥ ਹੈ ਘੋੜੇ, ਗੈ ਦਾ ਅਰਥ ਕਰਾਂਗੇ ਹਾਥੀ, ਸਗਨ ਘਨ ਬਹੁਤ ਸਾਰੇ, ਛਤਰਪਤੀ ਕੀ ਨਾਰ ਕਹਿੰਦੇ ਰਾਜੇ ਦੀ ਨਾਰ ਹੋਵੇ, ਭਾਵ ਰਾਣੀ ਹੋਵੇ। ਕਹਿੰਦੇ ਇੱਕ ਬੀਬੀ ਜਿਹਦੇ ਕੋਲ ਕੀਮਤੀ ਤੋਂ ਕੀਮਤੀ ਜਿਹੜੇ ਨੇ ਹਾਥੀ ਘੋੜੇ ਨੇ, ਕੀਮਤੀ ਤੋਂ ਕੀਮਤੀ ਜਿਹੜੇ ਰੱਥ ਨੇ, ਉਹ ਇੱਕ ਰਾਜੇ ਦੀ ਰਾਣੀ ਹੈ। ਕਹਿਣਗੇ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ। ਕਹਿੰਦੇ ਉਹਦੇ ਤਨ ਦਾ ਕੀਤਾ ਹੋਇਆ ਸ਼ਿੰਗਾਰ, ਉਹਦੇ ਹਾਵ ਭਾਵ ਜਿਹੜੇ ਨੇ, ਇਹਨਾਂ ਰੱਬ ਨੇ ਉਹਨੂੰ ਸੁਹੱਪਣ ਵੀ ਦਿੱਤਾ ਹੈ। ਉਹ ਤਾਂ ਵੀ ਇੱਕ ਰੱਬ ਦੀ ਬੰਦਗੀ ਕਰਨ ਵਾਲੀ ਦਾਸੀ ਦੇ ਬਰਾਬਰ ਨਹੀਂ ਕਦੀ ਪਹੁੰਚ ਸਕਦੀ। ਮੈਂ ਫਿਰ ਸ਼ਲੋਕ ਸੁਣਾ ਦੇਵਾਂ। ਕਬੀਰ ਹੈ ਗੈ ਬਾਹਨ ਸਗਨ ਘਨ ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ। ਹੁਣ ਮਨ 'ਚ ਸਵਾਲ ਪੈਦਾ ਹੋਵੇਗਾ ਕਿ ਇੱਕ ਰਾਣੀ ਨੇ ਆਪਣੇ ਆਪ ਨੂੰ ਸਵਾਰਿਆ ਹੈ, ਤਨ ਦੇ ਉੱਤੇ ਸੁੰਦਰ ਕੱਪੜੇ ਪਾਏ ਹੋਏ ਨੇ, ਤਨ ਦੇ ਉੱਤੇ ਗਹਿਣੇ ਪਾਏ ਹੋਏ ਨੇ, ਉਹਨੂੰ ਤੁਸੀਂ ਕਿਉਂ ਮਾੜਾ ਕਹਿੰਦੇ ਜੀ? ਉਹਦਾ ਕੀ ਮਾੜਾ ਵੇਖ ਲਿਆ? ਜਿਵੇਂ ਅੱਜ ਸਾਡਾ ਸਮਾਜ ਕਹਿ ਰਹੇ ਨੇ ਵੀ ਸੋਚ ਮਾੜੀ ਹੈ, ਕੱਪੜਿਆਂ 'ਚ ਮਾੜਾ ਕੁਛ ਨਹੀਂ। ਇਹਦਾ ਕਬੀਰ ਸਾਹਿਬ ਜਵਾਬ ਦਿੰਦੇ ਨੇ, ਕਹਿਣ ਲੱਗੇ ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀ ਹੈ। ਨ੍ਰਿਪ ਦਾ ਅਰਥ ਹੈ ਰਾਜਾ। ਕਹਿੰਦੇ ਰਾਜੇ ਦੀ ਰਾਣੀ ਨੂੰ ਕਿਉਂ ਮਾੜਾ ਕਹਿੰਦੇ ਜੇ? ਹਰ ਚੇਰੀ ਕਿਉਂ ਮਾਨ। ਜਿਹੜੀ ਹਰੀ ਦੀ ਚੇਲੀ ਹੈ, ਦਾਸੀ ਹੈ, ਜਿਹੜੀ ਸੇਵਕਾ ਹੈ, ਜਿਹੜੀ ਸੇਵਾ ਕਰਦੀ, ਉਹਨੂੰ ਕਿਉਂ ਮਾਨ ਦਿੱਤਾ ਜਾਂਦਾ ਹੈ? ਕਬੀਰ ਸਾਹਿਬ ਨਾਲ ਹੀ ਜਵਾਬ ਦਿੰਦੇ, ਕਹਿੰਦੇ ਉਹ ਮਾਂਗ ਸਵਾਰੈ ਬਿਖੈ ਕੋ, ਉਹ ਸਿਮਰੈ ਹਰ ਨਾਮ। ਕਹਿੰਦੇ ਇੱਕ ਬੀਬੀ ਦੇ ਤਨ ਦੇ ਪਾਏ ਹੋਏ ਗਹਿਣੇ, ਤਨ ਤੇ ਪਾਏ ਹੋਏ ਭੜਕਾਊ ਕੱਪੜੇ ਵਾਸ਼ਨਾ ਨੂੰ ਜਨਮ ਦਿੰਦੇ ਨੇ। ਇੱਕ ਸਾਦੀ ਪਾਣੀ ਢੋਣ ਵਾਲੀ ਬੀਬੀ ਦੇ ਵੱਲ ਵੇਖ ਕੇ ਪ੍ਰਮਾਤਮਾ ਦਾ ਨਾਮ ਚੇਤੇ ਆਉਂਦਾ, ਉਹ ਪ੍ਰਮਾਤਮਾ ਦਾ ਸਿਮਰਨ ਪਈ ਕਰਦੀ ਹੈ। ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਹਰ ਚੇਰੀ ਕਿਉਂ ਮਾਨ, ਉਹ ਮਾਂਗ ਸਵਾਰੈ ਬਿਖੈ ਕੋ, ਉਹ ਸਿਮਰੈ ਹਰ ਨਾਮ। ਅੱਜ ਸਾਡੇ ਸਮਾਜ ਦੇ ਵਿੱਚ ਇਹ ਬਹੁਤ ਵੱਡੀ ਮੁਸ਼ਕਿਲ ਬਣਦੀ ਜਾ ਰਹੀ ਹੈ। ਸਾਨੂੰ ਇੰਨਾ ਨਹੀਂ ਪਤਾ ਲੱਗਦਾ ਕਿਹੜੀ ਥਾਂ ਦੇ ਉੱਤੇ ਕਿਹੜੇ ਕੱਪੜੇ ਪਾਉਣੇ ਨੇ। ਮੈਂ ਇੱਕ ਉਦਾਹਰਨ ਦੇ ਕੇ ਆਪਣੀ ਵਿਚਾਰ ਲਾਵਾਂ। ਕਿਸੇ ਨੇ ਵਾਈਟ ਕੋਟ ਪਾਇਆ ਹੋਵੇ, ਤੁਸੀਂ ਕੀ ਗੈਸ ਕਰਦੇ ਜੀ? ਇਹ ਡਾਕਟਰ ਹੈ, ਨਿਸ਼ਾਨੀ ਹੈ ਨਾ, ਇੱਕ ਯੂਨੀਫਾਰਮ ਬਣ ਕੇ। ਚਿੱਟਾ ਕੋਟ ਪਾਏ ਉਹ ਡਾਕਟਰ ਜਾਪਦਾ ਹੈ, ਕਾਲਾ ਕੋਟ ਪਾ ਲਏ ਉਹ ਵਕੀਲ ਦੀ ਨਿਸ਼ਾਨੀ ਹੈ, ਖਾਕੀ ਵਰਦੀ ਪੁਲਿਸ ਦੀ ਨਿਸ਼ਾਨੀ ਹੈ, ਇਹ ਜਿਹੜਾ ਡਾਰਕ ਗ੍ਰੀਨ ਹੈ ਉਹ ਫੌਜ ਦੇ ਕੱਪੜਿਆਂ ਦੀ ਨਿਸ਼ਾਨੀ ਹੈ। ਤੇ ਯਾਦ ਰੱਖਿਓ ਸਾਡੇ ਘਰਾਂ ਦੇ ਵਿੱਚ ਆਉਣ ਜਾਣ ਵੇਲੇ ਵੀ ਵੱਖੋ ਵੱਖ ਕੱਪੜਿਆਂ ਦੀਆਂ ਨਿਸ਼ਾਨੀਆਂ ਨੇ। ਸਾਨੂੰ ਉਹਨਾਂ ਦੇ ਵਿੱਚ ਰਹਿਣਾ ਚਾਹੀਦਾ ਹੈ। ਸਾਨੂੰ ਸਮਾਜ ਦੇ ਵਿੱਚ ਕਿਹੜੇ ਵਸਤਰਾਂ ਦੇ ਵਿੱਚ ਵਿਚਰਨਾ ਹੈ, ਘਰ ਦੇ ਵਿੱਚ ਕਿਹੜੇ ਵਸਤਰਾਂ ਦੇ ਵਿੱਚ ਵਿਚਰਨਾ, ਇਹਨਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਮੈਂ ਫਿਰ ਬੇਨਤੀ ਕਰਾਂ ਕਿ ਇਹ ਜਿਹੜੇ ਸਾਦੇ ਕੱਪੜੇ ਪਾ ਕੇ ਤੇ ਜਿਹੜੇ ਨੇ ਮਾਡਰਨ ਕੱਪੜੇ ਪਾ ਕੇ, ਇਹ ਤੋਂ ਤੁਹਾਡੇ ਇੰਟੈਲੀਜੈਂਟ ਦਾ ਪਤਾ ਨਹੀਂ, ਮਾफ़ ਕਰਨਾ, ਬੇਵਕੂਫੀ ਦਾ ਪਤਾ ਲੱਗਦਾ ਹੈ। ਸਾਨੂੰ ਪਤਾ ਲੱਗ ਜਾਂਦਾ ਸਾਡਾ ਅੱਜ ਪੜ੍ਹਿਆ ਲਿਖਿਆ ਨੌਜਵਾਨ ਕਿੱਥੇ ਕੁ ਸਟੈਂਡ ਕਰਦਾ ਪਿਆ। ਇੰਨੀ ਕੁ ਜ਼ਿਆਦਾ ਸੋਚ ਡਿੱਗ ਚੁੱਕੀ ਹੈ ਸਾਡੇ ਨੌਜਵਾਨ ਵਰਗ ਦੀ ਕਿ ਸਾਡੀਆਂ ਧੀਆਂ ਦੇ ਪਾਏ ਹੋਏ ਜਿਹੜੇ ਕੱਪੜੇ ਨੇ, ਮੈਂ ਸ਼ਬਦ ਕਹਿ ਦੇਵਾਂ, ਸ਼ਾਇਦ ਉਹਨਾਂ ਨੂੰ ਭੜਕਾਊ ਕੱਪੜੇ ਪਾ ਕੇ ਸ਼ਰਮ ਨਾ ਆਉਂਦੀ ਹੋਵੇ ਜਿੰਨਾ ਵੇਖ ਕੇ ਉਹਦੇ ਭਰਾ ਤੇ ਪਿਓ ਨੂੰ ਕਈ ਵਾਰੀ ਆ ਜਾਂਦੀ ਹੈ।
सच्ची गल साडे सिर झुक जाता भी इहो ਜਿਹੇ कपड़े भी तन ते पाए हुंदे ने। जे भैणां नूं कह दिता जाता है उन्हां दे जवाब बड़े तरह के होर तरह के हुंदे ने। मैं ये विषय कदी बहुता नहीं खोलदा, पर एक गल याद रखियो गुरमुखो, सादगी ही तुहानूं परमात्मा नाल जोड़ेगी। सादा अन्न खाओगे, जैसा अन्न तैसा मन, उहो जिहा मन हो जाएगा। जिहो जिहा कपड़े पाओगे, तुसीं बॉडी लैंगुएज क्यों नहीं पढ़ते, मनोविग्यान नूं असीं क्यों नहीं पढ़ते? असीं बाहरी पढ़ाइयां नाल बड़े दूर जा रहे हैं, मनोविग्यान तो असीं बड़े दूर है। साडी संगत, साडे कपड़े, साडा खाण पीण साडे मन नूं प्रभावित करता है। जे तुसीं ये राक्षसी खाना खाओगे, आ मीट शराब ये ते आदत वरतोगे, बिरती उहो जी हो जाएगी। सादा भोजन छकोगे, बिरती उहो जी हो जाएगी। सादे कपड़े पाओगे, उहदी बिरती वखरी है, भड़काऊ कपड़े पाओगे उहदी बिरती वखरी है। अज दुख इस गल दा मनुख नूं इन्नी क गल समझण लग्या, कई वारी सिवियां तक पहुँच जाते हैं, पर मनुख अपने जीवन दे विच सादगी लैके नहीं आउंदा। ये इकला बीबियां ते भाइयां ते भी टुकदा है जी। ये बंदे दी दाढ़ी चिट्टी हो जाती है, पर फिर भी रंग फेर के अपने आप नूं, सिर नूं रंग फेर के जवान कहण नूं भज्जा फिरदा कि मैं सारियां तो सोहना बन जा। मैं इत्थे तां बोल रहा, सतगुरु कह लगे जिहड़े तेरे तन दे कपड़े ने, जिहड़ा तेरा रूप है, जिहड़ा तेरा सुहप्पन है, याद रखी सारा कुछ कूड़ है। ना सुहप्पन रहना है, ना कपड़े रहने ने, ना हार श्रृंगार रहना ने, ते ना बंदे एक दिन तू रहना है। इत्थे सतगुरां ने बचन वरते, कह लगे कूड़ सोयना, कूड़ रूपा, कूड़ पैनन हार, कूड़ काया, कूड़ कपड़, कूड़ रूप अपार, तेरे ते बेअंत सुहप्पन है। लोग तेरे सुहप्पन नूं सलामा करते होणगे, याद रखी इन्हें सदा नहीं रहना। इनू सुहप्पन नूं ना, जिहड़ा मनुख ज़्यादा सुहप्पन वाल, ये सच्चाई है। याद रखियो मनोविग्यान एक गल कहंदा, ये विद्वानां दा ये मनना है, जवानी एक हाड़ है, जिहड़ा इस हाड़ दे विच संभल गया वो सही लीह ते चलिया जांदा। कई इस हाड़ दे विच रुड़ भी जांदे ने। मनुख दे उतों जवानी ते दूसरा पैसा, पैसे च असी जवानी च असी पैसा कमा लैंदे आ, ते गुरु ग्रंथ साहिब की बाणी कहती है तेरे कोल जवानी आ गई, जवानी दे विच पैसा आ गया, पढ़ लिख गया, बड़ा विग्यानी, बड़ा ज्ञानी बन गया, ज्ञान इकट्ठा कर लिया, जे अंदर परमात्मा का नाम नहीं, लोग तेनों सलामा करनगे, पर गुरु आखेगा ये तो मुर्दा तुरया फिरदा है। वो असी बचन पढ़ते, अत सुंदर कुलीन चतुर मुख ज्ञानी धनवंत। कहते अत दा सुंदर होवे, कुलीन चंगी कुल वाला होवे, अत सुंदर कुलीन चतुर, चतुर का अर्थ सियाना, बड़ा शार्प माइंड है, बड़ा तेज दिमाग है। अत सुंदर कुलीन चतुर मुख ज्ञानी, मुख इहदा जिहड़ा बड़ा ज्ञानवान है, धनवंत बड़ा पैसा है। सतगुरु कह लगे मृतक कही है, कहते ये मुर्दा जे, मृतक कही है नानका, क्यों जे प्रीत नहीं भगवंत। गुरु अर्जन साहब कहते जो जानै मैं जोबनवंत, सो होवत विस्टा का जंत। जिहड़ा अपनी जवानी ते अपने जोबन ते मान करदा है, सतगुरु कहते वो गंदगी दा कीड़े दी न्याई है। मेरे कहण दा भाव इत्थे निंदिया नहीं, मता मेरी गल दा कोई गुस्सा करे, पर गुरमुखो ये गल दी सच्चाई है। ये असी वेखीए, एक साडी स्कूल दी यूनीफॉर्म है, एक कॉलेज जाण वेले साडे कपड़े ने, एक डॉक्टर जिहड़ा ड्यूटी ते जांदा ओहदी यूनीफॉर्म है। असी घर च किवें विचरना है, असी समाज च किवें वरतना है, असी गुरु घरां च किवें विचरना है, असी किहड़े टाइम ते बस्तर पाउणे ने, इन्हां चीज़ां नूं जरूर समझीए। मतां इस गल तो खिच्चो तान कर लीए जी, ये गुरुद्वारे च आ बोल दिता सानूं, मैं मनाही नहीं करदा। जे कह दिता जांदा जी मनाही कोई नहीं, पर गुरु घर दा एक सिद्धांत है, बाप अपने धी ते पुत्तर नूं हमेशा ही समझाउंदा, गुरु हमेशा ही समझाएगा। ते जिहड़े कपड़े ने ना, ये प्रथा एक सलोक बचन सतगुरां दा कह के मैं विचार वाला आवां। गुरु नानक साहब कहंदे ने बाबा होर पैनन खुशी खवार, कहंदे जिहड़े बाकी तरह के तेरे भड़कीले कपड़े ने वो खुवार ने, नहीं पाउणे चाहिए। गुरु नानक साहब का बचन है, जिहड़े कहंदे कित्थे लिखिआ है, किहड़े कपड़े, कहंदे जित पैदे, ध्यान नाल सुनिओ मेरी गल, गुस्से वाली लगेगी, जिस नूं पहनण दे नाल तन पीड़िए, जिन्हों पहनण दे नाल शरीर पीड़िया जांदा है, भावअर्थ समझ गए ना। जित पैदे तन पीड़िए मन मह चलै बेकार। गुरु कह रहा है तेरे भड़काऊ कपड़े, तेरे टाइट कपड़ियां दे नाल वेख के किसी का मन भड़कदा रहिंदा, ते तू कौन हुंदा कहण वाला जी। ये गल कित्थे लिखी है, तुहाडी सोच माड़ी है। जे तुसीं कहिंदे ना कि वेखण वालियां दी सोच, इहदा मतलब गुरु नानक साहब दी फिर सोच माड़ी, जिन्हां कह दिता कि माड़े कपड़े वेख के प्रभावित करदा, ये करदा है। असीं बहुत अगे चल गए।
ਅਸੀਂ ਪੜ੍ਹ ਨਾ ਸਕੇ, ਅਸੀਂ ਸਦਾਚਾਰ ਗੁਣ ਨਾ ਧਾਰਨ ਕਰ ਸਕੇ। ਮੈਂ ਪਿਛਲੇ ਦਿਨੀ ਵੀ ਕਿਹਾ ਸੀ, ਜੇ ਇੱਕ ਧੀ ਨੂੰ ਵੇਖ ਕੇ ਬਾਪ ਦਾ ਸਿਰ ਝੁਕ ਜਾਂਦਾ ਹੈ, ਮਤਾ ਧੀ ਸੋਚੇ ਮੈਂ ਚੰਨ ਤੇ ਪਹੁੰਚ ਕੇ ਬੜੀ ਤਰੱਕੀ ਕਰ ਲਈ ਹੈ, ਉਹ ਜ਼ਰੂਰ ਇਹ ਗੱਲ ਸੋਚੇ ਕਿ ਤੇਰੇ ਤੋਂ ਵੱਧ ਮਾੜੀ ਧੀ ਕੋਈ ਨਹੀਂ ਜਿੰਨੇ ਪਿਓ ਦਾ ਸਿਰ ਝੁਕਾ ਦਿੱਤਾ। ਇਹ ਅੱਜ ਸੱਚਾਈ ਹੈ। ਇਹ ਤੁਹਾਡੇ ਨਹੀਂ, ਸਾਡੇ ਘਰਾਂ ਦੇ ਵਿੱਚ ਵੀ ਇਹ ਗੱਲ ਹੁੰਦੀ। ਅਸੀਂ ਵੀ ਭੈਣਾਂ ਆਪਣੀਆਂ ਨੂੰ ਕਹਿੰਦੇ ਆ ਕਿ ਭੈਣੇ ਨਹੀਂ ਇਹ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੋ ਆਪਣੇ ਬਸਤਰਾਂ ਦਾ, ਪਰ ਇਹ ਗੱਲ ਕਹਿ ਕੇ ਟਾਲ ਦਿੱਤੀ ਜਾਂਦੀ ਹੈ ਜੀ ਨਹੀਂ ਜੀ ਵੇਖਣ ਵਾਲਿਆਂ ਦੀ ਨਹੀਂ। ਜੋ ਮਨੋਵਿਗਿਆਨ, ਜੋ ਸਾਇੰਸ ਕਹਿੰਦੀ, ਚਲੋ ਧਰਮ ਨੂੰ ਨਾ ਮੰਨੋ, ਸਾਇੰਸ ਨੂੰ ਤੇ ਮੰਨ ਲਓ ਨਾ ਤੁਸੀਂ। ਜੋ ਮਨੋਵਿਗਿਆਨ ਕਹਿੰਦਾ ਹੈ ਸਾਡੇ ਜਿਹੋ ਜਿਹਾ ਇੱਕ ਬਸਤਰ ਹੋ ਗਏ ਉਹ ਸਾਨੂੰ ਜ਼ਰੂਰ ਪ੍ਰਭਾਵਿਤ ਕਰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਹੜੇ ਕੰਮਾਂ ਦੇ ਵਿੱਚ ਪਿਆ ਹੈ ਤੂੰ, ਕਿਉਂ ਰੱਬ ਨੂੰ ਭੁੱਲ ਕੇ ਇਹਨਾਂ ਚੀਜ਼ਾਂ ਦੇ ਵਿੱਚ ਖੱਚਤ ਹੈ। ਜਵਾਨੀ ਦਾ ਤੇਰੇ ਤੇ ਨਸ਼ਾ ਹੈ ਨਾ। ਸਤਿਗੁਰੂ ਕਹਿੰਦੇ ਇੱਕ ਦਿਨ ਨੂੰ ਚਲੀ ਜਾਣੀ। ਤੁਸੀਂ ਆਪਣੇ ਵੱਲ ਵੇਖੋ ਜੀ, ਹਰ ਸਾਲ ਅਸੀਂ ਜਨਮ ਦਿਨ ਮਨਾਉਂਦੇ, ਬਰਥਡੇ ਮਨਾਉਂਦੇ ਆ ਨਾ, ਫੋਟੋ ਖਿੱਚੀ ਜਾਓ ਹਰ ਸਾਲ ਦੀ। ਪਿਛਲੇ ਸਾਲ ਦੀ ਇਸ ਵਾਰ ਫੋਟੋ ਵੇਖੋ, ਤੁਹਾਡਾ ਚਿਹਰਾ ਕੁਝ ਹੋਰ ਹੋਵੇਗਾ, ਅਗਲੇ ਸਾਲ ਕੁਝ ਹੋਰ ਹੈ। ਬਚਪਨ ਨਹੀਂ ਤੁਹਾਡੇ ਤੇ ਰਿਹਾ, ਜਵਾਨੀ ਕਿੱਥੋਂ ਰਹੇਗੀ? ਜਵਾਨੀ ਨਾ ਰਹੀ, ਅਧਖੜ ਨਹੀਂ ਰਹਿਣਾ, ਬੁਢੇਪਾ ਵੀ ਨਹੀਂ ਰਿਹਾ, ਬੁਢੇਪਾ ਵੀ ਨਹੀਂ ਰਹਿਣਾ। ਇੱਕ ਦਿਨ ਸਵਾਦ ਦੀ ਢੇਰੀ ਬਣ ਜਾਣਾ ਹੈ। ਜੇ ਸਵਾਰਨਾ ਹੈ ਤੇ ਗੁਣਾਂ ਦੇ ਨਾਲ ਸਵਾਰੋ। ਲੋਕ ਤੁਹਾਡੀ ਜਵਾਨੀ ਨੂੰ, ਸੁਹੱਪਨ ਨੂੰ, ਪੈਸੇ ਨੂੰ ਸਲਾਮਾ ਨਾ ਕਰਨ, ਲੋਕ ਤੁਹਾਡੇ ਗੁਣਾਂ ਨੂੰ ਸਲਾਮਾ ਕਰਨ। ਬੰਦਾ ਹੋਵੇ ਤੇ ਇਹੋ ਜਿਹਾ ਜਿਹੜਾ ਗਊ ਗਰੀਬ ਦੀ ਰੱਖਿਆ ਕਰਦਾ। ਲੋਕ ਤੁਹਾਡੀ ਲਿਆਕਤ ਨੂੰ, ਤੁਹਾਡੀ ਇੰਟੈਲੀਜੈਂਸੀ ਨੂੰ ਸਲਾਮਾ ਕਰਨ, ਤੁਹਾਡੇ ਬਾਹਰੀ ਰੂਪ ਨੂੰ ਨਾ। ਰੂਪ ਤੇ ਪ੍ਰਮਾਤਮਾ ਨੇ ਜਾਨਵਰਾਂ ਦੇ ਵਿੱਚ ਵੀ ਬੜਾ ਦਿੱਤਾ ਹੋਇਆ ਹੈ। ਸਾਨੂੰ ਸਿਰਫ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ। ਮੈਂ ਵਿਚਾਰ ਨੂੰ ਨੇੜੇ ਰੱਖਾ। ਸਤਿਗੁਰੂ ਕਹਿ ਲਗੇ ਕੂੜ ਰੂਪ ਅਪਾਰ। ਇਹ ਜਿਹੜਾ ਤੇਰੇ ਤੇ ਸੁਹੱਪਣ ਚੜਿਆ ਹੈ ਇਹਦੇ ਮਾਨ ਦੇ ਵਿੱਚ ਨਾ ਫਸ ਜਾਵੀਂ। ਇਹ ਇੱਕ ਦਿਨ ਕੂੜਾ ਝੂਠਾ ਖਤਮ ਹੋ ਜਾਵੇਗਾ। ਕੂੜ ਮੀਆਂ, ਕੂੜ ਬੀਬੀ। ਮੀਆਂ ਦਾ ਅਰਥ ਹੈ ਮੀਆਂ ਜੀ ਪਤੀ, ਬੀਬੀ ਦਾ ਅਰਥ ਹੈ ਪਤਨੀ। ਕਹਿੰਦੇ ਇੱਕ ਦਿਨ ਪਤੀ ਵੀ ਨਾਸ਼ਵੰਤ ਹੈ, ਪਤਨੀ ਨੇ ਵੀ ਨਾਸ਼ਵੰਤ ਹੋ ਜਾਣਾ। ਪਤੀ ਵੀ ਚੜ੍ਹਾਈ ਕਰ ਜਾਏਗਾ, ਪਤਨੀ ਵੀ ਖਤਮ ਹੋ ਜਾਣੀ ਹੈ। ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ। ਪਰ ਇਹ ਕੀ ਕਰਦੇ ਨੇ? ਸਭ ਤੋਂ ਨੇੜੇ ਦਾ ਰਿਸ਼ਤਾ ਪਤੀ ਪਤਨੀ ਦਾ ਹੈ ਨਾ। ਸਤਿਗੁਰੂ ਕਹਿੰਦੇ ਸਾਰੀ ਉਮਰ ਝੂਠੇ ਪਦਾਰਥਾਂ ਦੇ ਵਿੱਚ ਹੀ ਖੱਪ ਕੇ ਤੇ ਜਿਹੜੇ ਖੁਆਰ ਹੋ ਜਾਂਦੇ ਨੇ। ਖੁਆਰ ਦਾ ਅਰਥ ਕਰਾਂਗੇ ਬੇਇੱਜ਼ਤ ਹੋ ਜਾਂਦੇ ਨੇ। ਇਹੋ ਜਿਹੇ ਸਾਰੀ ਉਮਰ ਕੰਮ ਕਰਦੇ ਰਹਿੰਦੇ ਨੇ, ਕੇਵਲ ਤੇ ਕੇਵਲ ਬਦਨਾਮੀ ਹੱਥ ਲੱਗਦੀ ਹੈ, ਪੱਲੇ ਕੁਛ ਨਹੀਂ ਪੈਂਦਾ। ਮੀਆਂ ਬੀਬੀ ਇਹ ਸੰਕੇਤ ਵਰਤਿਆ ਹੈ। ਮੀਆਂ ਬੀਬੀ ਤੋਂ ਹੀ ਜਿਹੜੇ ਰਿਸ਼ਤੇ ਗਾਂਹ ਚੱਲਣੇ ਨੇ। ਧੀਆਂ ਪੁੱਤਰ, ਭੈਣ ਭਰਾ, ਚਾਚੇ ਤਾਏ, ਮਾਮੇ ਮਾਸੀਆਂ, ਸਾਰੇ ਇਹ ਤੋਂ ਰਿਸ਼ਤੇ ਵਧਣੇ ਨੇ ਨਾ। ਸਤਿਗੁਰੂ ਕਹਿਣ ਲੱਗੇ ਇਹ ਜਿਹੜਾ ਮੋਢੀ ਹੈ ਇਹਨੇ ਹੀ ਖਤਮ ਹੋ ਜਾਣਾ। ਕੂੜ ਮੀਆਂ, ਕੂੜ ਬੀਬੀ। ਨਾ ਮੀਆਂ ਰਹੇਗਾ, ਨਾ ਬੀਬੀ, ਨਾ ਪਤਨੀ, ਨਾ ਪਤਨੀ, ਨਾ ਪਤੀ, ਨਾ ਪਤਨੀ। ਖੱਪ ਹੋਏ ਖਾਰ। ਕਹਿੰਦੇ ਇਹ ਲੋਕ ਜਿੱਥੇ ਪਤੀ ਪਤਨੀ ਨੇ ਰਲ ਕੇ ਬੰਦਗੀ ਕਰਨੀ ਸੀ, ਉੱਥੇ ਇਹ ਦੋਵੇਂ ਜਾਣੇ ਰਲ ਕੇ ਸਮਾਜ ਦੇ ਵਿੱਚ ਜਿਹੜੇ ਨੇ ਝੂਠੇ ਪਦਾਰਥਾਂ ਦੇ ਨਾਲ ਮੋਹ ਪਾ ਕੇ ਬੈਠ ਗਏ। ਸਤਿਗੁਰੂ ਕਹਿਣਗੇ ਆਪਣਾ ਜੀਵਨ ਵੀ ਬਰਬਾਦ ਕਰ ਲਿਆ ਤੇ ਇੱਥੋਂ ਜਦੋਂ ਜਾਣਗੇ ਉਦੋਂ ਵੀ ਮੱਥੇ ਤੇ ਬਦਨਾਮੀ ਖੱਟ ਕੇ ਜਾਣਗੇ। ਅੱਗੇ ਕਹਿਣ ਲੱਗੇ ਕੂੜੈ ਨਿਹੋ ਲੱਗਾ। ਕਹਿੰਦੇ ਇੱਕ ਪਾਸੇ ਉਹ ਮਨੁੱਖ ਜਿਹੜਾ ਕੂੜ ਸੀ, ਕੂੜ ਮੀਆਂ ਕੂੜ ਬੀਬੀ ਆ ਗਿਆ ਨਾ, ਮਨੁੱਖ ਕੂੜ ਹੈ। ਨਿਹੋ ਦਾ ਅਰਥ ਹੈ ਪਿਆਰ। ਉਹਨੇ ਪਿਆਰ ਕਿਹਦੇ ਨਾਲ ਪਾਇਆ? ਜਿਹੜਾ ਵੀ ਅੱਗੋਂ ਨਾਸ਼ਵੰਤ ਸੀ। ਮੈਂ ਮਰ ਜਾਣਾ ਹੈ, ਮੈਂ ਆਪਣੀ ਪਤਨੀ ਦੇ ਨਾਲ, ਬੱਚਿਆਂ ਦੇ ਨਾਲ, ਘਰ ਦੇ ਨਾਲ, ਪਰਿਵਾਰ ਦੇ ਨਾਲ, ਕੋਠੀਆਂ ਦੇ ਨਾਲ, ਕਾਰਾਂ ਦੇ ਨਾਲ ਪਿਆਰ ਪਾ ਲਿਆ, ਉਹਨਾਂ ਨੇ ਵੀ ਇੱਕ ਦਿਨ ਖਤਮ ਹੋ ਜਾਣਾ। ਨਾ ਸਾਡੇ ਮਕਾਨ ਰਹਿਣੇ ਨੇ, ਉੱਤੇ ਜ਼ਿਕਰ ਆ ਚੁੱਕਾ, ਨਾ ਕੋਠੀਆਂ ਰਹਿਣੀਆਂ ਨੇ, ਕਾਰਾਂ ਕੁਛ ਨਹੀਂ ਰਹਿਣਾ, ਮੰਡਪ ਮਾੜੀਆਂ ਕੁਛ ਨਹੀਂ ਰਹਿਣਾ। ਸਤਿਗੁਰੂ ਕਹਿੰਦੇ ਵੇਖੋ ਇਹ ਮਨੁੱਖ ਦੀ ਬਿਰਤੀ। ਆਪ ਮਰ ਜਾਣਾ ਹੈ ਤੇ ਪਿਆਰ ਵੀ ਉਹਨਾਂ ਨਾਲ ਪਾਈ ਫਿਰਦਾ ਜਿਨ੍ਹਾਂ ਨੇ ਵੀ ਮਰ ਜਾਣਾ ਹੈ। ਭਲਿਆ ਦੋਸਤੀ ਕਿਸੇ ਚੰਗੇ ਦੇ ਨਾਲ ਕਰਦਾ। ਕੂੜੈ ਨਿਹੋ ਲੱਗਾ। ਕਹਿੰਦੇ ਮਨੁੱਖ ਕੂੜਾ ਸੀ, ਉਹਨੇ ਕੂੜੀਆਂ ਚੀਜ਼ਾਂ ਦੇ ਨਾਲ ਪਿਆਰ ਪਾ ਲਿਆ। ਕੀ ਹੋਇਆ? ਵਿਸਰਿਆ ਕਰਤਾਰ। ਅੰਦਰੋਂ ਰੱਬ ਦੀ ਯਾਦ ਭੁੱਲ ਗਈ। ਮੈਂ ਫੇਰ ਬੇਨਤੀ ਕਰਾਂ, ਕਰਤਾਰ ਚੇਤੇ ਰਹਿੰਦਾ, ਪਰਮਾਤਮਾ ਚੇਤੇ ਰਹਿੰਦਾ। ਪਤਨੀ ਵੀ ਚੰਗੀ ਸੀ, ਪਤੀ ਵੀ ਚੰਗਾ ਸੀ, ਬੱਚੇ ਵੀ ਚੰਗੇ ਸਨ, ਕੋਠੀਆਂ ਵੀ ਚੰਗੀਆਂ ਸਨ, ਕਾਰਾਂ ਵੀ ਚੰਗੀਆਂ ਸਨ। ਪਰ ਇਹ ਕੋਠੀਆਂ ਕਾਰਾਂ ਦੇ ਵਿੱਚ, ਧੀਆਂ ਪੁੱਤਰਾਂ ਦੇ ਵਿੱਚ ਬੈਠ ਕੇ ਪਰਮਾਤਮਾ ਨੂੰ ਭੁੱਲ ਗਿਆ। ਸਤਿਗੁਰੂ ਕਹਿੰਦੇ ਸਾਰੇ ਦਾ ਸਾਰਾ ਕੂੜਾ ਇਹ ਮੂਰਖਾਂ ਵਾਲੇ ਕੰਮ ਕਰਦਾ ਰਿਹਾ। ਕੂੜੈ ਨਿਹੋ ਲੱਗਾ, ਵਿਸਰਿਆ ਕਰਤਾਰ। ਅੱਗੇ ਸਤਿਗੁਰੂ ਕਹਿੰਦੇ ਕਿਸ ਨਾਲ ਕੀਚੈ ਦੋਸਤੀ। ਕਹਿੰਦੇ ਫਿਰ ਕਿਹਦੇ ਨਾਲ ਮਿੱਤਰਤਾ ਕੀਤੀ ਜਾਵੇ? ਸਭ ਜਗ ਚੱਲਣਹਾਰ। ਦੱਸਤਾ ਜੀ ਸਾਰਾ ਸੰਸਾਰ ਨਾਸ਼ਵੰਤ ਹੈ, ਕਿਹਦੇ ਨਾਲ ਮਿੱਤਰਤਾ ਪਾਵਾਂ? ਇਹਦਾ ਜਵਾਬ ਗੁਰੂ ਅਮਰਦਾਸ ਮਹਾਰਾਜ ਜੀ ਦਿੰਦੇ ਨੇ। ਦੇਖੋ ਦੋਸਤੀ ਮਾੜੀ ਨਹੀਂ। ਮੈਂ ਇਹਨੂੰ ਇੱਕ ਪੰਕਤੀ ਦੇ ਨਾਲ ਸਪਸ਼ਟ ਕਰ ਦੇਣਾ। ਸਤਿਗੁਰੂ ਕਹਿ ਲਗੇ ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ। ਕਹਿੰਦੇ ਉਹਨਾਂ ਬੰਦਿਆਂ ਦੇ ਨਾਲ ਦੋਸਤੀ ਕਰ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ, ਭਾਵ ਜਿਹੜੇ ਬਾਣੀ ਪੜ੍ਹਦੇ ਨੇ, ਤੇ ਜਿਹੜਾ ਚਿੱਤ ਹੈ ਨਾ ਤੇਰਾ ਉਹ ਪਰਮਾਤਮਾ ਦੇ ਨਾਲ ਜੁੜਿਆ ਰਵੇ। ਇਹਨੂੰ ਧਿਆਨ ਨਾਲ ਸੁਣਿਓ। ਸਾਡੀ ਦੋਸਤੀ ਕਿਹਦੇ ਨਾਲ ਹੈ ਤੇ ਚਿੱਤ ਕਿੱਥੇ ਹੈ? ਦੋਸਤੀ ਸਾਡੀ ਅੱਜ ਦੋ ਬੰਦਿਆਂ ਦੇ ਨਾਲ ਹੈ। ਇੱਕ ਜਿਹਦੇ ਕੋਲ ਸੁਹੱਪਣ ਹੈ, ਇੱਕ ਜਿਹਦੇ ਕੋਲ ਪੈਸਾ ਹੈ।
ਅੱਜ ਦੋਸਤੀ ਦਾ ਸਿਰਫ ਬੇਸ ਇਹੋ ਹੀ ਹੈ। ਇਹ ਆਪਾਂ ਇੱਥੇ ਦੇਖਦੇ ਹਾਂ ਜੋ ਲਾਗੇ ਆ ਸਾਡੇ ਆਲੇ ਦੁਆਲੇ ਹੁੰਦਾ ਹੈ। ਸਾਡੀ ਅੱਜ ਦੋਸਤੀ ਦੀ ਬੁਨਿਆਦ ਕੀ ਹੈ? ਨਾ ਕਦੀ ਕਰੂਪ ਮਨੁੱਖ ਦਾ ਕੋਈ ਦੋਸਤ ਹੋਵੇਗਾ ਤੇ ਨਾ ਕਦੀ ਕੋਈ ਗਰੀਬ ਦਾ ਦੋਸਤ ਹੁੰਦਾ। ਸੱਚੀ ਗੱਲ ਹੈ। ਦੋਸਤੀ ਦੋਵਾਂ ਬੰਦਿਆਂ ਦੀ ਹੈ। ਇੱਕ ਦੇ ਕੋਲ ਸੁਹੱਪਣ ਹੈ, ਇੱਕ ਦੇ ਕੋਲ ਮਾਇਆ ਹੈ। ਨਾ ਕਰੂਪ ਦੀ ਕੋਈ ਦੋਸਤੀ ਹੈ, ਨਾ ਕਿ ਕਿਸੇ ਜਿਹੜੇ ਧਨਹੀਨ ਦੀ ਕੋਈ ਦੋਸਤੀ ਹੈ। ਸਤਿਗੁਰੂ ਕਹਿੰਦੇ ਤੂੰ ਦੋਸਤੀ ਕਰਨੀ ਹੈ ਰੱਬ ਦੇ ਪਿਆਰਿਆਂ ਦੇ ਨਾਲ। ਇੱਥੇ ਰੱਬ ਦੇ ਪਿਆਰੇ ਦਾ ਅਰਥ ਸਾਡੇ ਵਰਗੇ ਨਾ ਕਰ ਲਿਓ। ਰੱਬ ਦੇ ਪਿਆਰੇ ਉਹ ਨੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਦੇ ਨਾਲ ਦੋਸਤੀ ਕਰ ਜਿਹੜੇ ਤੈਨੂੰ ਸਹੀ ਰਸਤੇ ਦੇ ਉੱਤੇ ਖੜ ਸਕਣ। ਪਰ ਸਾਡੀ ਦੋਸਤੀ ਉਹਨਾਂ ਦੇ ਨਾਲ ਹੈ ਜਿਹੜੇ ਮਨੁੱਖ ਆਪ ਝੂਠਿਆਂ ਪਦਾਰਥਾਂ ਦੇ ਨਾਲ ਲੱਗੇ ਹੋਏ ਨੇ। ਇਹਨਾਂ ਦੇ ਨਾਲ ਦੋਸਤੀ ਸਾਡਾ ਜੀਵਨ ਵੀ ਬਰਬਾਦ ਹੁੰਦਾ। ਮੈਂ ਸਮਾਂ ਜ਼ਿਆਦਾ ਨਾ ਲਾਵਾਂ। ਇਹ ਪੁਰਾਣੇ ਸਮੇਂ 'ਚ ਅਸੀਂ ਕਹਾਣੀ ਪੜ੍ਹਦੇ ਨਾ ਛੋਟੇ ਹੁੰਦੇ ਕਿ ਪਿਤਾ ਨੇ ਬੱਚੇ ਨੂੰ ਸਮਝਾਉਣ ਵਾਸਤੇ ਇੱਕ ਸਿਆਂ ਦੀ ਟੋਕਰੀ ਮੰਗਾਈ, ਇੱਕ ਵਿੱਚ ਖਰਾਬ ਸੇ ਰੱਖ ਦਿੱਤਾ। 2-4 ਦਿਨਾਂ ਬਾਅਦ ਸਾਰੇ ਸੇ ਖਰਾਬ ਹੋ ਗਏ। ਯਾਦ ਰੱਖਿਓ, ਮਾੜੇ ਮਨੁੱਖ ਦੀ ਦੋਸਤੀ ਤੁਹਾਡਾ ਸਾਰਾ ਜੀਵਨ ਕਈ ਵਾਰੀ ਕਲੰਕਿਤ ਕਰਕੇ ਰੱਖ ਦਿੰਦੀ ਹੈ। ਮਨੁੱਖ ਲੋਕਾਂ ਦੇ ਸਾਹਮਣੇ ਤਾਂ ਨਾ ਹੋਵੇ ਪਰ ਆਪਣੇ ਆਪ ਦੇ ਵਿੱਚ ਕਦੀ ਵਾਰ ਸਾਰੀ ਉਮਰ ਵੀ ਸਿਰ ਨਹੀਂ ਚੁੱਕ ਸਕਦਾ। ਸਤਿਗੁਰੂ ਕਹਿੰਦੇ ਇਹੋ ਜਿਹੇ ਨਾਲ ਦੋਸਤੀ ਨਾ ਕਰੀ, ਇਹੋ ਜਿਹੇ ਲੋਕਾਂ ਦੇ ਨਾਲ ਪਿਆਰ ਨਾ ਪਾਵੀਂ ਜਿਨ੍ਹਾਂ ਦੇ ਨਾਲ ਤੇਰੀ ਸੰਗਤ, ਜਿਨ੍ਹਾਂ ਦੇ ਨਾਲ ਤੇਰੀ ਰੰਗਤ, ਤੇਰਾ ਜੀਵਨ ਬਰਬਾਦ ਹੋ ਜਾਵੇ। ਗੁਰੂ ਅਮਰਦਾਸ ਕਹਿੰਦੇ ਦੋਸਤੀ ਕਰਨੀ ਹੈ ਉਹਨਾਂ ਦੇ ਨਾਲ ਕਰੀ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦੇ ਸਨ। ਉਹਨਾਂ ਨਾਲ ਦੋਸਤੀ ਕਰੀ ਜਿਹੜੇ ਤੈਨੂੰ ਜੀਵਨ ਦੀ ਸਹੀ ਸੂਝ ਦੇ ਸਕਣ। ਵੈਸੇ ਦੋਸਤ ਦਾ ਅਰਥ ਹੁੰਦਾ ਜੀ ਦੋ ਸੱਤ, ਜਿੱਥੇ ਦੋ ਸੱਚਾਈਆਂ ਇਕੱਠੀਆਂ ਹੋ ਜਾਣ। ਜਿਹੜਾ ਇੱਕ ਗਲਤ ਹੈ ਉਹਨੂੰ ਸਮਝਾਵੇ ਨਹੀਂ ਆਹ ਰਸਤਾ ਛੱਡ ਦੇ, ਪਰ ਅੱਜ ਦੀ ਸੱਚਾਈ ਹੈ ਜੇ ਕੋਈ ਗਲਤ ਹੋਵੇ ਤੁਸੀਂ ਉਹਨੂੰ ਸਮਝਾਓ, ਕਹਿੰਦਾ ਤੂੰ ਚੱਲਦਾ ਬਣ, ਤੇਰੇ ਕੋਲ ਕਿੱਥੋਂ ਅਕਲ ਲੱਗੀ, ਮੈਂ ਜ਼ਿਆਦਾ ਸਿਆਣਾ ਹੈ। ਸਾਡੀ ਅੱਜ ਕੂੜ ਹੈ ਨੇ ਲੱਗਾ ਹੋਇਆ ਹੈ। ਸਤਿਗੁਰੂ ਕਹਿਣ ਲੱਗੇ ਭਲਿਆ ਜੇ ਤੂੰ ਦੋਸਤੀ ਕਰਨੀ ਹੈ ਉਸ ਮਨੁੱਖ ਦੇ ਨਾਲ ਕਰ ਜਿਹੜਾ ਮਨੁੱਖ ਰੱਬ ਦੇ ਨਾਲ ਜੁੜਿਆ ਹੋਇਆ ਜਾਂ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ। ਇੱਥੇ ਸਤਿਗੁਰਾਂ ਦੇ ਇੱਕ ਸਵਾਲ ਹੈ, ਕਿਸ ਨਾਲ ਕੀਚੈ ਦੋਸਤੀ। ਮੈਂ ਕਿਹਦੇ ਨਾਲ, ਮੈਂ ਪਹਿਲਾਂ ਬੇਨਤੀ ਕੀਤੀ, ਪਿਛਲੇ ਦਿਨਾਂ 'ਚ ਵੀ ਬੇਨਤੀ ਕੀਤੀ ਸੀ, ਦੋਸਤੀ ਮਾੜੀ ਨਹੀਂ। ਦੋਸਤ ਹੋਣਾ ਜਿਹੜਾ ਗਲਤ ਦੋਸਤ ਹੋਣਾ ਉਹ ਮਾੜਾ ਹੈ। ਗੁਰਮਤਿ ਨੇ ਇਹਨਾਂ ਚੀਜ਼ਾਂ ਨੂੰ ਬਿਲਕੁਲ ਮਨਾ ਨਹੀਂ ਕੀਤਾ। ਇਹ ਧਰਮ ਦੇ ਫਲਸਫੇ 'ਚ ਬਹੁਤ ਕੁਝ ਇਹੋ ਜਿਹਾ ਪਿਆ ਹੋਇਆ। ਪਿੱਛੇ ਵੀ ਕਨਸੈਪਟ ਆਇਆ ਸੀ, ਆਉਣ ਵਾਲੇ ਗਾਂ ਦਿਨਾਂ ਦੇ ਵਿੱਚ ਕਨਸੈਪਟ ਵੀ ਆਵੇਗਾ। ਮੈਂ ਬਿਨ ਨੇ ਝੱਕ ਹੋ ਕੇ ਸਾਰੀਆਂ ਚੀਜ਼ਾਂ ਦੇ ਅਰਥ ਕਰਾਂਗਾ, ਕਦੀ ਸਿਧਾਂਤ ਲਗਾ ਨਹੀਂ ਸਕਦੇ। ਇੱਥੇ ਸਤਿਗੁਰੂ ਕਹਿੰਦੇ ਦੋਸਤੀ ਕਿਹਦੇ ਨਾਲ ਕਰਨੀ, ਸਾਰਾ ਤੇ ਜਾਣ ਵਾਲਾ ਹੈ। ਤੇ ਮੈਂ ਸਤਿਗੁਰਾਂ ਦੇ ਬਚਨ ਸਾਂਝੇ ਕਰ ਦਿੱਤੇ, ਗੁਰਮੁਖੋ ਦੋਸਤੀ ਪਾਓ। ਦੋਸਤ ਹੋਣਾ ਬੜੇ ਜ਼ਰੂਰੀ ਹੈ ਕਿਉਂਕਿ ਇਕੱਲੇ ਮਨੁੱਖ ਦਾ ਇਹ ਮਨੋਵਿਗਿਆਨ ਕਹਿੰਦਾ ਜੇ ਤੁਸੀਂ ਇਕੱਲੇ ਰਹੋਗੇ ਡਿਪਰੈਸ਼ਨ 'ਚ ਚਲੇ ਜਾਓਗੇ। ਇਹ ਇੱਕ ਸੱਚਾਈ ਹੈ। ਅਮਰੀਕਾ ਦੇ ਵਿੱਚ ਨਾ ਕਾਫੀ ਸਮਾਂ ਪਹਿਲਾਂ 50 ਸਾਲ ਇੱਕ ਸਰਚ ਕੀਤੀ ਗਈ, ਮੇਰਾ ਸਮਾਂ ਹੋ ਚਲੇ ਮੈਂ ਗੱਲ ਨੂੰ ਨੇੜੇ ਰੱਖਾਂ। ਉਸ ਸਰਚ ਦੇ ਵਿੱਚ ਉਹਨਾਂ ਨੇ ਕੁਝ ਬੰਦੇ ਲਏ, ਕੁਝ ਧਨਵਾਨ ਲਏ, ਕੁਝ ਉਹ ਲਏ ਜਿਨ੍ਹਾਂ ਦੇ ਕੋਲ ਨੌਲੇਜ ਜ਼ਿਆਦਾ ਹੈ, ਕੁਝ ਉਹ ਲਏ ਜਿਹੜੇ ਡਾਈਟ ਵਧੀਆ ਰੱਖਦੇ ਨੇ, ਕੁਝ ਉਹ ਲਏ ਜਿਹੜੇ ਐਕਸਰਸਾਈਜ਼ ਕਰਦੇ ਨੇ, ਕਸਰਤ ਕਰਦੇ ਨੇ, ਕੁਝ ਉਹ ਲਏ ਜਿਨ੍ਹਾਂ ਦੇ ਕੋਲ ਯਾਰੀ ਦੋਸਤੀ ਜ਼ਿਆਦਾ ਹੈ। ਇਹਨਾਂ ਦੇ ਵਿੱਚੋਂ ਰਿਜ਼ਲਟ ਨਿਕਲਿਆ ਕਿ ਸਭ ਤੋਂ ਲੰਮੀ ਉਮਰ ਤੇ ਸਭ ਤੋਂ ਹੈਲਦੀ ਉਹ ਰਹਿੰਦੇ ਨੇ ਜਿਨ੍ਹਾਂ ਦੇ ਦੋਸਤ ਜ਼ਿਆਦਾ ਨੇ। ਭਾਵ ਇਹ ਸੀ ਜਿੰਨਾ ਚਿਰ ਮਨੁੱਖ ਆਪਣੀ ਫੀਲਿੰਗ ਕਿਸੇ ਨਾਲ ਸਾਂਝੀ ਨਹੀਂ ਕਰਦਾ, ਜਿੰਨਾ ਚਿਰ ਅੰਦਰ ਦੇ ਹਾਵ ਭਾਵ ਨਹੀਂ ਸਾਂਝੇ ਕਰਦਾ, ਅੰਦਰੋਂ ਅੰਦਰ ਹੀ ਕਈ ਵਾਰੀ ਰੋਗੀ ਹੋ ਜਾਂਦਾ ਹੈ। ਇਸ ਕਰਕੇ ਦੋਸਤੀ ਜ਼ਰੂਰੀ ਹੈ। ਮੈਂ ਦੋਸਤੀ ਦਾ ਖੰਡਨ ਨਹੀਂ ਕਰਦਾ, ਪਰ ਦੋਸਤ ਉਹ ਹੋਵੇ ਜਿਹੜਾ ਤੁਹਾਨੂੰ ਸਹੀ ਰਸਤੇ ਦੇ ਉੱਤੇ ਖੜੇ, ਜਿਹੜਾ ਹਨੇਰੇ ਦੇ ਵਿੱਚ ਸੁੱਟ ਦੇਵੇ ਉਹਨੂੰ ਦੋਸਤ ਨਹੀਂ ਕਿਹਾ ਜਾਂਦਾ ਕਦੀ ਵੀ। ਇਹਨਾਂ ਕਿਉਂਕਿ ਇਹ ਬਾਣੀ ਜਿਹੜੀ ਹੈ ਉਹਨੂੰ ਦੋਨਾਂ ਰੌਸ਼ਨੀਆਂ ਦੇ ਨਾਲ ਵੇਖਾਂਗੇ ਅਸੀਂ, ਸਮਾਜਿਕ ਤੇ ਧਾਰਮਿਕ ਪੱਖ ਦੋਵੇਂ ਰੱਖ ਕੇ ਚੱਲਾਂਗੇ। ਬਿਲਕੁਲ ਇਹ ਮੈਂ ਗੱਲ ਨਹੀਂ ਕਦੀ ਆਖਾਂਗੇ ਕਿ ਦੋਸਤ ਨਹੀਂ ਹੋਣਾ ਚਾਹੀਦਾ। ਹਰੇਕ ਦੇ ਦੋਸਤੀ ਹੈ, ਕੁੜੀਆਂ ਦੀ ਕੁੜੀਆਂ ਦੇ ਨਾਲ ਹੈ, ਮੁੰਡਿਆਂ ਦੀ ਮੁੰਡਿਆਂ ਦੇ ਨਾਲ ਹੈ, ਯਾਰੀ ਦੋਸਤੀ ਹਰ ਪਾਸੇ ਸਾਡੀ ਹੈ। ਪਰ ਸਤਿਗੁਰੂ ਕਹਿੰਦੇ ਦੋਸਤੀ ਉਹਦੇ ਨਾਲ ਰੱਖੀ ਜਿਹੜਾ ਤੈਨੂੰ ਸਹੀ ਲੀਹ ਤੇ ਖੜ ਸਕੇ। ਕਿਉਂਕਿ ਜੇ ਸੰਸਾਰ ਦੇ ਮਗਰ ਚੱਲਿਆ, ਪੈਸੇ ਸੁਹੱਪਣ ਦੇ ਨਾਲ ਚੱਲਿਆ, ਪੈਸਾ ਵੀ ਮੁੱਕ ਜਾਵੇਗਾ, ਸੁਹੱਪਣ ਵੀ ਮੁੱਕ ਜਾਵੇਗਾ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਪਰ ਸੰਸਾਰ ਨੇ ਕੀ ਕੀਤਾ, ਇਹਦੇ ਨਾਲ ਕਿੰਨਾ ਕੁ ਜੁੜਿਆ। ਸਤਿਗੁਰੂ ਕਹਿੰਦੇ ਕੂੜ ਮਿੱਠਾ ਰਿਜ਼ਲਟ ਨਿਕਲ ਲੱਗਾ। ਕਹਿੰਦੇ ਇਹ ਜਿਹੜਾ ਝੂਠ ਹੈ ਨਾ, ਕੂੜ, ਇਹ ਸੰਸਾਰ ਨੂੰ ਬੜਾ ਮਿੱਠਾ ਲੱਗਦਾ ਹੈ। ਕਿੰਨਾ ਕੁ ਮਿੱਠਾ ਲੱਗਦਾ ਹੈ। ਕੂੜ ਮਾਖਿਓ, ਮਾਖਿਓ ਦਾ ਅਰਥ ਕਰਾਂਗੇ ਮਾਖਿਓ ਸ਼ਹਿਦ। ਕਹਿੰਦੇ ਜਿਵੇਂ ਸ਼ਹਿਦ ਮਿੱਠਾ ਹੁੰਦਾ ਨਾ, ਸਾਨੂੰ ਝੂਠ ਓਨਾ ਚੰਗਾ ਲੱਗਦਾ ਹੈ। ਸਾਨੂੰ ਦੋਸਤ ਉਹ ਚੰਗੇ ਲੱਗਦੇ ਜਿਹੜੇ ਗਲਤ ਰਸਤੇ 'ਤੇ ਖੜਦੇ ਨੇ। ਜਿਹੜੇ ਗਲਤ ਰਸਤੇ 'ਤੇ ਖੜਨ ਅਸੀਂ ਉਹਨਾਂ ਨੂੰ ਕਦੀ ਛੱਡਣਾ ਨਹੀਂ ਚਾਹੁੰਦੇ। ਜਿਹੜੇ ਸਹੀ ਰਸਤੇ 'ਤੇ ਉਹਨਾਂ ਨਾਲ ਸਾਡੀ ਦੋਸਤੀ ਨਹੀਂ। ਜਿਹੜਾ ਮਨੁੱਖ ਨੂੰ ਉੱਤੇ ਜੋ ਜ਼ਿਕਰ ਆ ਚੁੱਕਾ, ਸੋਨਾ ਚੰਦੀ ਚੰਗੇ ਲੱਗਦੇ ਨੇ, ਪਰਮਾਤਮਾ ਦਾ ਨਾਮ ਨਹੀਂ। ਉਹਨੂੰ ਜਿਹੜਾ ਸੰਸਾਰ ਦੇ ਵਿੱਚ ਮਹਿਲ ਮਾੜੀਆਂ ਚੰਗੇ ਲੱਗਦੇ ਨੇ, ਪਰਮਾਤਮਾ ਦਾ ਨਾਮ ਨਹੀਂ। ਸਾਰਾ ਕੁਝ ਕੂੜ ਚੰਗਾ ਲੱਗਦਾ ਹੈ। ਕਿੰਨਾ ਚੰਗਾ ਲੱਗਦਾ ਹੈ। ਸਤਿਗੁਰੂ ਕਹਿਣ ਲੱਗੇ ਕੂੜ ਮਿੱਠਾ, ਇੰਨਾ ਕੁ ਮਿੱਠਾ ਹੋ ਗਿਆ ਕੂੜ ਮਾਖਿਓ, ਜਿਵੇਂ ਸ਼ਹਿਦ ਵਾਂਗ ਮਿੱਠਾ ਹੋ ਗਿਆ। ਪਰ ਇਹਨੇ ਨੁਕਸਾਨ ਕੀ ਕੀਤਾ, ਜਿਸ ਦਿਨ ਤੁਸੀਂ ਸਾਰਾ ਕੁਝ ਹਾਰ ਕੇ ਜੀਵਨ ਦੀ ਬਾਜੀ ਸੋਚੋਗੇ। ਸਤਿਗੁਰੂ ਕਹਿੰਦੇ ਕੂੜ ਡੋਬੇ ਪੂਰ। ਪੂਰ ਦਾ ਅਰਥ ਮੈਂ ਇੱਕ ਵਾਰੀ ਕੀਤਾ ਸੀ, ਇਹ ਬੇੜੀ ਦੇ ਵਿੱਚ ਇੱਕ ਵਾਰ ਲੋਕ ਸਵਾਰ ਹੋ ਕੇ
एक पासे तो जो दूसरे पासे जाते हैं जिन्नियां सवारियां बेड़ी 'च बह जांदियां ने उन्होंने एक पूर कहा जाता है। सतगुरु कहते पता नहीं किन्ने पूरां दे पूर जिहड़े ने इस झूठ दे नाल खचित होकर डुब गए। कई दोस्ती च डुब गए, कई संसार च डुब गए, कई राजियां च डुब गए, कई जिहड़े परजा दे विच डुब गए, कई हीरिया मोतियां दे विच डुब के रह गए। ये सानू अजे समझ नहीं लगती। जिस दिन सारा बर्बाद हो जाता है ना मनुख, उदों सोचता है मना तू बड़ी गलती कर ली वड्डी, मगर कुछ नहीं बचदा केवल तो केवल पछतावे दे। सो रौ विचार सतगुरु कहणगे भलिया तैनूं अज झूठ चंगा लगदा है, गुरु की गल तैनूं चुभदी है, सच्चियां गल्लां तैनूं चुभदियां ने, कूड़ चंगा है क्योंकि कूड़ दे नाल तेरा प्यार पिया है। पर याद रखी कूड़ एक दिन डोब के नाश कर देवेगा। कूड़ मिठा कूड़ माखियो कूड़ डोबे पूर। अखीर ते गुरु नानक साहब लगे कहन लगे क्यों सारा कुछ कूड़ है? कह लगे नानक वखाणे बेनती तुद बाज कूड़ो कूड़ रब्बा, जिस दिन तेरी याद भुल गई सारा कुछ ही कूड़ है। भैन भरा भी कूड़ ने, रिश्तेदारियां भी कूड़ ने, दोस्त मित्र भी, राजे राणियां सारा कुछ कूड़ है। जिस दिन तेरी अंदरों याद जी भुल जाती है फिर सच की है, सच कदों भासदा है? ये श्लोक की विचार अगले दिनों के करांगे। सच तां पर जानिए जा हृदय सच्चा होए, कूड़ की मल उतरे तन करे हच्छा धोए। किवें कूड़ की मैल लथदी है, किवें कूड़ तो मनुख सच दे नाल जांदा है। इहदा जिक्र गुरु नानक साहब अगले श्लोक दे विच करनगे। इन्नियां बेनतियां प्रवान होईयां भुलां गलतियां दी खिमा। मैं फिर बेनती करां, मेरे बोलन का भाव इन्ना हुंदा है जो गुरमत का सानू सिद्धांत कहंदा वो साडे सामने रखिया जाए। मता इन्हां गल्लां नूं सोच के कोई मन च ये शंका करे जां गुस्सा करे जी ये इदां दीयां गल्लां बोल दित्तियां जांदियां ने, आ खाना नहीं, आ पहनना नहीं। याद रखियो गुरु का सिद्धांत है, स्कूल च बच्चा तां जांदा नलायकी दूर हो सके, गुरु घर तां आउंदा है अंदरों जिहड़ी मनमत खत्म हो गए तो इंसानियत सिख ते गुरमत का धार नहीं हो जाए। इन्नियां बेनतियां प्रवान होईयां भुलां गलतियां दी खिमा। आओ ये कल नूं 15 मई नूं जिहड़ा ऐतवार गुरु अमरदास महाराज जी का प्रकाश दिहाड़ा आ रहा है, जिहदे विच शाम नूं 7 वजे तो लैके ते 8:30 बजे तक दीवान चलने ने। मेरे को इश्तिहार पहुँचा है, ये उपर गोलक ते भी पिया, तुसीं पढ़ सकते जे। 7 वजे तो जिवें हुण रूटीन चलती है, पहला रह रस होएगी, 7:10 ते भाई शमशेर सिंह हुणां दा कीर्तन आरंभ हो जाएगा। वो 7:50 तक करनगे। 7:50 तो लैके 8:30 बजे तक जिहड़ा है वो दास की कथा की हाज़री है, जिहदे विच आपां गुरु अमरदास महाराज जी का जीवन जिहड़ा वो साझा करांगे। ये ऐतवार 15 मई नूं शाम का दीवान है, जिहदे विच गुरु अमरदास महाराज जी का जिहड़ा प्रकाश दिहाड़ा मनाया जाना है। आप सरबत संगत नूं बेनती है, टाइम इहो ही रहना है, सिर्फ 2-4 मिनट अगे पिछे होने ने ते जरूर पहुँचो। गुरु के लंगर भी होने ने ते लंगर दियां बीबियां ना चिंता करो भी घर जाके पकाउणा, इस करके इत्थे ही लंगर छक के जाना ते वध तो वध हाज़रियां भरियो। इन्नियां बेनतियां प्रवान होईयां भुलां गलतियां दी खिमा। आओ पावन पंक्तियां दा जाप सरवण करके समाप्ति करिए। कूड़ मिठा कूड़ माखियो कूड़ डोबे पूर, नानक वखाणै बेनती तुद बाज कूड़ो कूड़। वाहिगुरु जी का खालसा वाहिगुरु जी की